हेलो। हाँ जी सर, करिए शुरू जी। हेलो। हेलो। हाँ जी सर, करिए शुरू जी। ठीक है जी। हेलो, गुड मॉर्निंग ऑल ऑफ यू। मैं सतनाम ਸਿੰਘ ਇਲੈਕਟ੍ਰੀਸ਼ੀਅਨ ਇੰਸਟ੍ਰਕਟਰ ਗਵਰਨਮੈਂਟ ਆਈਟੀਆਈ ਪਟਿਆਲਾ ਤੇ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਹੈਗਾ ਟਾਈਪਸ ਆਫ ਸਰਕਟ ਬ੍ਰੇਕਰ। ਸਰਕਟ ਬ੍ਰੇਕਰ ਕਿੰਨੀ ਕਿਸਮ ਦੇ ਹੁੰਦੇ ਨੇ, ਕਿਹੜੀ ਕਿਹੜੀ ਵੋਲਟੇਜ ਤੇ ਕਿਸ ਤਰ੍ਹਾਂ ਦੇ ਸਰਕਟ ਬ੍ਰੇਕਰ ਦੀ ਜ਼ਰੂਰਤ ਪੈਂਦੀ ਹੈ, ਕੀ ਉਹਦਾ ਦਾ ਮਕੈਨਿਜ਼ਮ ਹੁੰਦਾ ਹੈ, ਕਿਸ ਤਰ੍ਹਾਂ ਵਰਕਿੰਗ ਹੈ, ਕਿਸ ਤਰ੍ਹਾਂ ਦੀ ਉਹਨਾਂ ਦੀ ਕੰਸਟਰਕਸ਼ਨ ਹੈ, ਇਹਨਾਂ ਦੇ ਬਾਰੇ ਅੱਜ ਡਿਟੇਲ ਦੇ ਵਿੱਚ ਅਸੀਂ ਗੱਲ ਕਰਾਂਗੇ। ਤਾਂ ਸਭ ਤੋਂ ਪਹਿਲਾਂ ਤਾਂ ਗੱਲ ਕਰਦੇ ਹਾਂ ਵੀ ਸਰਕਟ ਬ੍ਰੇਕਰ ਹੈ ਕੀ ਚੀਜ਼। ਸਰਕਟ ਬ੍ਰੇਕਰ ਇੱਕ ਆਟੋਮੈਟਿਕਲੀ ਆਪਰੇਟਡ ਇਲੈਕਟ੍ਰੀਕਲ ਸਵਿਚ ਹੈ ਜਿਹੜੀ ਮੈਨੂਅਲੀ ਤੇ ਆਟੋ ਦੋਨਾਂ ਕੇਸਾਂ ਦੇ ਵਿੱਚ ਕੰਮ ਕਰਦੀ ਹੈ। ਅਸੀਂ ਉਹਨੂੰ ਮੈਨੂਅਲੀ ਵੀ ਔਨ ਆਫ ਕਰ ਸਕਦੇ ਹਾਂ, ਐਜ ਏ ਸਵਿਚ, ਇੱਕ ਸਵਿਚ ਦੀ ਤਰ੍ਹਾਂ ਵੀ ਇਹਨੂੰ ਯੂਜ਼ ਕਰ ਸਕਦੇ ਹਾਂ ਤੇ ਆਟੋ ਦੇ ਵਿੱਚ ਵੀ ਆਪਰੇਟਡ ਹੁੰਦੇ ਆ ਜਦੋਂ ਕਿਸੇ ਵੀ ਕਾਰਨ ਅਬਨੋਰਮਲ ਕੰਡੀਸ਼ਨ, ਕਿਸੇ ਵੀ ਫਾਲਟ ਪੈਣ ਕਾਰਨ ਜਾਂ ਕਿਸੇ ਤਰ੍ਹਾਂ ਦੇ ਸਿਸਟਮ ਦੇ ਵਿੱਚ ਓਵਰਲੋਡਿੰਗ ਹੋਣ ਦੇ ਕਾਰਨ ਇਹ ਸਰਕਟ ਨੂੰ ਮੇਨ ਲਾਈਨ ਤੋਂ ਟ੍ਰਿਪ ਕਰਾ ਦਿੰਦੀ ਹੈ ਤੇ ਸਾਡਾ ਜਿਹੜਾ ਇਕਵਿਪਮੈਂਟ ਹੈ, ਸਾਡਾ ਯੰਤਰ ਹੈ, ਉਹ ਸੇਫ ਹੋ ਜਾਂਦਾ ਹੈ, ਬਚ ਜਾਂਦਾ ਹੈ ਉਹ ਜ਼ਿਆਦਾ ਵੋਲਟੇਜ ਤੋਂ, ਜ਼ਿਆਦਾ ਕਰੰਟ ਤੋਂ। ਸਰਕਟ ਬ੍ਰੇਕਰ ਕਈ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਵਿੱਚ ਲੋ ਵੋਲਟੇਜ, ਮੀਡੀਅਮ ਵੋਲਟੇਜ, ਹਾਈ ਵੋਲਟੇਜ, ਵੋਲਟੇਜ ਵਾਈਜ਼ ਇਹਨਾਂ ਨੂੰ ਕੈਟਾਗਰਾਈਜ਼ ਕੀਤਾ ਗਿਆ। ਤਾਂ ਅਸੀਂ ਸ਼ੁਰੂਆਤ ਹੈ ਜਿਹੜੀ ਉਹ ਕਰਦੇ ਹਾਂ ਜੀ ਸਭ ਤੋਂ ਪਹਿਲਾਂ MCB ਤੋਂ, ਮਿਨੀਏਚਰ ਸਰਕਟ ਬ੍ਰੇਕਰ। ਮਿਨੀਏਚਰ ਸਰਕਟ ਬ੍ਰੇਕਰ ਆਮ ਨਾਰਮਲੀ ਘਰਾਂ ਦੇ ਵਿੱਚ ਜਾਂ ਇੰਡਸਟਰੀ ਦੇ ਵਿੱਚ ਅਸੀਂ MCB ਦੀ ਵਰਤੋਂ ਕਰਦੇ ਹਾਂ। ਇਸ ਤੋਂ ਪਹਿਲਾਂ ਫਿਊਜ਼ ਦੀ ਵਰਤੋਂ ਕੀਤੀ ਜਾਂਦੀ ਸੀਗੀ। ਇਸ MCB ਤੋਂ ਪਹਿਲਾਂ ਫਿਊਜ਼ ਦੀ ਵਰਤੋਂ ਕੀਤੀ ਜਾਂਦੀ ਸੀ। ਉਹਦੀ ਡਿਸਐਡਵਾਂਟੇਜ ਇਹ ਹੁੰਦੀ ਸੀ ਕਿ ਜਦੋਂ ਫਿਊਜ਼ ਕਿਸੇ ਵੀ ਓਵਰ ਕਰੰਟ ਕਾਰਨ ਬਰਨ ਹੋ ਜਾਂਦਾ ਸੀ, ਜਲ ਜਾਂਦਾ ਸੀ, ਤਾਂ ਉਹਨੂੰ ਦੁਬਾਰਾ ਬਦਲਣਾ ਪੈਂਦਾ ਸੀਗਾ, ਬਾਰ-ਬਾਰ ਬਦਲਣਾ ਪੈਂਦਾ ਸੀਗਾ ਫਾਲਟ ਆਉਣ ਦੀ ਕੰਡੀਸ਼ਨ ਦੇ ਵਿੱਚ। ਪਰ MCB ਦੀ ਇਹ ਖਾਸੀਅਤ ਹੈ, ਜਦੋਂ ਵੀ ਕਿਸੇ ਵੀ ਤਰ੍ਹਾਂ ਦੀ ਕੋਈ ਅਬਨੋਰਮਲ ਕੰਡੀਸ਼ਨ, ਫਾਲਟ ਪੈਂਦਾ ਹੈ ਤਾਂ ਇਹ ਆਪਣੇ ਆਪ ਸਰਕਟ ਨੂੰ ਟ੍ਰਿਪ ਕਰਾ ਦਿੰਦਾ ਹੈ ਮੇਨ ਲਾਈਨ ਤੋਂ। ਤੇ ਜਦੋਂ ਹੀ ਅਸੀਂ ਉਸ ਫਾਲਟ ਨੂੰ ਕਲੀਅਰ ਕਰ ਲੈਂਦੇ ਹਾਂ ਤਾਂ ਇਸ ਨੂੰ ਦੁਬਾਰਾ ਉੱਪਰ ਨੂੰ ਉਠਾ ਕੇ ਸਰਕਟ ਕਲੀਅਰ ਕਰ ਲੈਂਦੇ ਹਾਂ, ਸਪਲਾਈ ਨੂੰ ਚਾਲੂ ਕਰ ਲੈਂਦੇ ਹਾਂ। MCB ਨੂੰ ਅੱਗੇ ਡਿਵਾਈਡ ਕੀਤਾ ਗਿਆ ਸਿੰਗਲ ਪੋਲ, ਡਬਲ ਪੋਲ, ਟ੍ਰਿਪਲ ਪੋਲ ਤੇ 4 ਪੋਲ। ਸਿੰਗਲ ਪੋਲ ਦੇ ਵਿੱਚ ਸਿੰਗਲ ਇੱਕੋ ਹੀ ਨੋਬ, ਇੱਕੋ ਹੀ ਸਵਿਚ ਯੂਜ਼ ਕੀਤੀ ਜਾਂਦੀ ਹੈ ਫੇਸ ਵਾਸਤੇ ਤੇ ਨਿਊਟਰਲ ਨੂੰ ਅਸੀਂ ਡਾਇਰੈਕਟ ਲਗਾਇਆ ਜਾਂਦਾ ਹੈ। ਡਬਲ ਪੋਲ ਦੇ ਵਿੱਚ ਇੱਕ ਨਿਊਟਰਲ ਤੇ ਇੱਕ ਫੇਸ ਵਾਇਰ ਨੂੰ ਕਨੈਕਟ ਕੀਤਾ ਜਾਂਦਾ ਹੈ MCB ਦੇ ਥਰੂ। ਨੰਬਰ 3 ਤੇ ਟ੍ਰਿਪਲ ਪੋਲ ਹੈ। ਟ੍ਰਿਪਲ ਪੋਲ ਦੇ ਵਿੱਚ ਜਿੱਥੇ 3 ਫੇਸ ਸਪਲਾਈ ਹੈ, 3 ਫੇਸ ਸਪਲਾਈ ਨੂੰ ਕਨੈਕਟ ਕੀਤਾ ਜਾਂਦਾ ਹੈ, ਨਿਊਟਰਲ ਡਾਇਰੈਕਟ ਪਾਈ ਜਾਂਦੀ ਹੈ। ਉਸ ਤੋਂ ਬਾਅਦ ਹੈ 4 ਪੋਲ। 4 ਪੋਲ ਦੇ ਵਿੱਚ ਅਸੀਂ 3 ਫੇਸ ਤੇ ਇੱਕ ਨਿਊਟਰਲ ਨੂੰ ਕਨੈਕਟ ਕਰਦੇ ਹਾਂ MCB ਦੇ ਥਰੂ। ਮਿਨੀਏਚਰ ਸਰਕਟ ਬ੍ਰੇਕਰ ਦੀ ਕੰਸਟਰਕਸ਼ਨ ਦੇ ਬਾਰੇ ਜੇ ਗੱਲ ਕਰੀਏ ਤਾਂ ਦੋ ਮੇਨ ਜਿਹੜੇ ਇਹਦੇ ਵਿੱਚ ਚੀਜ਼ਾਂ ਲਗਾਈਆਂ ਜਾਂਦੀਆਂ ਨੇ, ਜੋ ਮੇਨ ਇਕਵਿਪਮੈਂਟ ਨੇ, ਉਹ ਹੈਗੀ ਹੈ ਇੱਕ ਤਾਂ ਇਹਦੀ ਸੋਲੀਨੋਇਡ ਕੋਇਲ
ਤੇ ਦੂਜੀ ਹੈ ਇਹਦੀ ਬਾਈਮੈਟੈਲਿਕ ਸਟ੍ਰਿਪ। ਦੋ ਫੰਕਸ਼ਨ ਮੇਨ ਨੇ। ਤੀਜਾ ਅਸੀਂ ਐਜ ਏ ਸਵਿਚ ਇਹਨੂੰ ਯੂਜ਼ ਕਰ ਸਕਦੇ ਹਾਂ ਔਨ ਆਫ, ਮੈਨੂੰ ਆਪਣੇ ਹੱਥ ਨਾਲ ਅਸੀਂ ਇਹਨੂੰ ਔਨ ਆਫ ਕਰ ਲੈਂਦੇ ਹਾਂ। ਤੇ ਜਿਹੜੇ ਦੋ ਦੂਜੇ ਨੇ ਉਹਦੇ ਵਿੱਚ ਇੱਕ ਤਾਂ ਹੈ ਸ਼ਾਰਟ ਸਰਕਟ ਦੀ ਕੰਡੀਸ਼ਨ ਦੇ ਵਿੱਚ ਸਾਡਾ MCB ਟ੍ਰਿਪ ਕਰਦਾ ਹੈ, ਤੇ ਨੰਬਰ 2 ਤੇ ਜਿਹੜਾ ਸਾਡਾ ਟ੍ਰਿਪ ਕਰਦਾ ਹੈ ਉਹ ਕਰਦਾ ਹੈ ਓਵਰਲੋਡਿੰਗ ਦੇ ਵਿੱਚ। ਤੇ ਇਸ ਦੀ ਕੰਸਟਰਕਸ਼ਨ ਦੇ ਵਿੱਚ ਜਿਹੜੀ ਕੋਇਲ ਹੈ, ਸੋਲੀਨੋਇਡ ਕੋਇਲ ਹੈ, ਉਹ ਸਾਡੀ ਵਰਕਿੰਗ ਪੋਜੀਸ਼ਨ ਦੇ ਵਿੱਚ ਆਉਂਦੀ ਹੈ ਜਦੋਂ ਕਿਸੇ ਵੀ ਤਰ੍ਹਾਂ ਦੀ ਓਵਰ ਕਰੰਟ ਜਾਂ ਕਿਸੇ ਤਰ੍ਹਾਂ ਦਾ ਫਾਲਟ ਪੈਂਦਾ ਸਾਡੀ ਆਊਟਪੁੱਟ ਦੇ ਵਿੱਚ, ਤਾਂ ਉਸ ਪੋਜੀਸ਼ਨ ਦੇ ਵਿੱਚ ਜਿਹੜੀ ਕੋਇਲ ਹੈ, ਸੋਲੀਨੋਇਡ ਕੋਇਲ ਹੈ, ਉਹ ਐਨਰਜਾਈਜ਼ ਹੋ ਜਾਂਦੀ ਹੈ ਤੇ ਉਹ ਪਲੰਜਰ ਨੂੰ ਪੁਸ਼ ਕਰਦੀ ਹੈ। ਤੇ ਪੁਸ਼ ਦੇ ਕਰਨ ਦੇ ਨਾਲ ਜਿਹੜਾ ਸਾਡੇ ਉਹਦੇ ਨੀਚੇ ਮੈਕੈਨਿਜ਼ਮ ਲੱਗਿਆ ਹੋਇਆ ਉਹ ਸਾਡੇ ਆਪਰੇਟਿੰਗ ਨੋਬ ਨੂੰ ਟ੍ਰਿਪ ਕਰ ਦਿੰਦਾ, ਹੇਠਾਂ ਨੂੰ ਸੁੱਟ ਦਿੰਦਾ, ਜਿਹਦੇ ਨਾਲ ਸਾਡਾ ਸਰਕਟ ਹੈ ਉਹ ਮੇਨ ਲਾਈਨ ਤੋਂ ਟ੍ਰਿਪ ਕਰ ਜਾਂਦਾ ਹੈ। ਇਹ ਸ਼ਾਰਟ ਸਰਕਟ ਦੀ ਕੰਡੀਸ਼ਨ ਦੇ ਵਿੱਚ ਜਿਹੜੀ ਸੋਲੀਨੋਇਡ ਦੀ ਕੋਇਲ ਹੈ ਉਹ ਵਰਕਿੰਗ ਦੇ ਵਿੱਚ ਆਉਂਦੀ ਹੈ। ਤੇ ਇਹ ਦੂਜੀ ਪੋਜੀਸ਼ਨ ਆ ਜਾਂਦੀ ਹੈ ਜੀ ਸਾਡੀ ਓਵਰਲੋਡਿੰਗ ਦੀ। ਓਵਰਲੋਡਿੰਗ ਦੇ ਵਿੱਚ ਇਹਦੇ ਹੇਠਲੇ ਸਾਈਡ, MCB ਦੇ ਹੇਠਲੇ ਸਾਈਡ ਇੱਕ ਬਾਈ ਮੈਟੈਲਿਕ ਸਟ੍ਰਿਪ ਲੱਗੀ ਹੁੰਦੀ ਹੈ ਜੀ। ਦੋ ਧਾਤੂਆਂ ਦੀ ਇੱਕ ਸਟ੍ਰਿਪ ਬਣੀ ਹੁੰਦੀ ਹੈ, ਬਾਈ ਮੈਟੈਲਿਕ ਸਟ੍ਰਿਪ ਬੋਲਦੇ ਆ। ਉਹਦੇ ਵਿੱਚ ਜਦੋਂ ਹੀਟ ਪ੍ਰੋਡਿਊਸ ਹੁੰਦੀ ਹੈ ਓਵਰਲੋਡਿੰਗ ਦੇ ਕਾਰਨ, ਸਪੋਜ਼ ਕਰੋ ਸਾਡਾ ਜਿਹੜਾ MCB ਹੈ ਉਹ 5 ਐਂਪੀਅਰ ਲਈ ਲਗਾਇਆ ਗਿਆ ਸੀਗਾ, 5 ਐਂਪੀਅਰ ਲੋਡ ਲਈ, ਪਰ ਆਊਟਪੁੱਟ ਤੇ ਅਸੀਂ ਲੋਡ ਹੈ ਜਿਹੜਾ 7 ਐਂਪੀਅਰ 8 ਐਂਪੀਅਰ ਲਗਾਤਾ, ਉਸ ਕਾਰਨ ਓਵਰਲੋਡਿੰਗ ਹੋ ਗਈ ਜੀ। ਓਵਰਲੋਡਿੰਗ ਦੇ ਕਾਰਨ ਉਹ ਬਾਈ ਮੈਟੈਲਿਕ ਸਟ੍ਰਿਪ ਹੈ ਜਿਹੜੀ ਦੋ ਧਾਤੂਆਂ ਤੋਂ ਬਣੀ ਹੋਈ ਹੈ, ਉਹ ਗਰਮ ਹੋ ਕੇ ਉਹਦੇ ਵਿੱਚੋਂ ਇੱਕ ਧਾਤ ਹੈ ਜਿਹੜੀ ਉਹ ਬੈਂਡ ਕਰ ਜਾਂਦੀ ਹੈ, ਬੈਂਡ ਹੋ ਜਾਂਦੀ ਹੈ ਉਹਦੇ ਵਿੱਚੋਂ, ਜਿਹਦੇ ਨਾਲ ਉਹਦਾ ਸਰਕਟ ਹੈ ਮੇਨ ਨਾਲੋਂ ਟੁੱਟ ਜਾਂਦਾ ਹੈ ਤੇ ਸਾਡਾ MCB ਟ੍ਰਿਪ ਕਰ ਜਾਂਦਾ ਹੈ ਤੇ ਸਾਡੀ ਜਿਹੜਾ ਇਕਵਿਪਮੈਂਟ ਹੈ ਉਹ ਮੇਨ ਲਾਈਨ ਤੋਂ ਕੱਟ ਕਰ ਜਾਂਦਾ ਹੈ, ਸੇਫ ਹੋ ਜਾਂਦਾ ਹੈ। ਤੇ ਸਾਡਾ ਜਿਹੜਾ ਮੇਨ ਪਰਪਸ ਹੈ ਸਰਕਟ ਬ੍ਰੇਕਰ ਲਗਾਉਣ ਦਾ, ਉਹ ਸਾਡੇ ਇਕਵਿਪਮੈਂਟ ਨੂੰ, ਇਲੈਕਟ੍ਰੀਕਲ ਦੇ ਜਿਹੜੇ ਸਾਡੇ ਇਕਵਿਪਮੈਂਟ ਨੇ, ਕੀਮਤੀ ਇਕਵਿਪਮੈਂਟ ਨੇ, ਉਹਨਾਂ ਨੂੰ ਓਵਰਲੋਡਿੰਗ ਤੋਂ, ਓਵਰ ਕਰੰਟ ਤੋਂ, ਓਵਰ ਵੋਲਟੇਜ ਤੋਂ ਬਚਾਉਣਾ ਹੈ। ਕਿਉਂਕਿ ਪਹਿਲੇ ਟਾਈਮ ਦੇ ਵਿੱਚ ਫਿਊਜ਼ ਲਗਾਏ ਜਾਂਦੇ ਸੀ, ਫਿਊਜ਼ ਮੈਲਟ ਹੋ ਜਾਂਦੇ ਸੀ, ਫਿਰ ਦੁਬਾਰਾ ਰਿਵਾਇਰੇਬਲ ਦੁਬਾਰਾ ਲਗਾਏ ਜਾਂਦੇ ਸੀ, ਕਿਟਕੈਟ ਵਗੈਰਾ। ਪਰ MCB ਨੇ ਇਸ ਚੀਜ਼ ਨੂੰ ਖਤਮ ਕਰਤਾ, ਇਸ ਫਿਊਜ਼ ਕਿਟਕੈਟ ਨੂੰ ਮਿਨੀਮਾਈਜ਼ ਕਰਨ ਵਾਸਤੇ, ਇਹਨੂੰ ਖਤਮ ਕਰਨ ਤੋਂ ਬਾਅਦ ਇਹਦੀ ਥਾਂ MCB ਨੇ ਲੈ ਲਈ ਤੇ MCB ਐਜ਼ ਏ ਬਹੁਤ ਵਧੀਆ ਪ੍ਰੋਟੈਕਸ਼ਨ ਪ੍ਰੋਵਾਈਡ ਕਰ ਰਿਹਾ ਹੈ। MCB ਨੇ ਉਹਨਾਂ ਦੀ ਰੇਟਿੰਗ ਹੁੰਦੀ ਹੈ ਜੀ 1 ਐਂਪੀਅਰ ਤੋਂ ਲੈ ਕੇ 1 ਐਂਪੀਅਰ 2, 3, 4, 6 ਐਂਪੀਅਰ, 10 ਐਂਪੀਅਰ, 13, 16, 20, 25, 32, 40 ਐਂਪੀਅਰ, 50 ਐਂਪੀਅਰ, 63 ਐਂਪੀਅਰ, 100 ਐਂਪੀਅਰ ਤੱਕ। ਤੇ ਇਹਨੂੰ ਕੈਟਾਗਰੀਜ਼ਾਈਜ਼ ਵੀ ਕਰਦੇ ਹਾਂ ਅਸੀਂ ਟਾਈਪ B, C ਤੇ ਟਾਈਪ D ਦੇ ਵਿੱਚ। ਟਾਈਪ B ਦੇ ਵਿੱਚ ਮੰਨ ਲਓ ਜੇ ਸਾਡਾ ਫੁੱਲ ਲੋਡ ਕਰੰਟ 10 ਐਂਪੀਅਰ ਹੈ ਤਾਂ ਟਾਈਪ B ਦੇ ਵਿੱਚ ਜਿਹੜੀ ਕਰੰਟ ਰੇਟਿੰਗ ਹੋਏਗੀ ਉਹ 3 ਤੋਂ 5 ਗੁਣਾ ਹੋਏਗੀ, ਭਾਵ ਜੇ 30 ਤੋਂ 50 ਐਂਪੀਅਰ ਕਰੰਟ ਹੋਏਗਾ ਤਾਂ ਉਹ ਲੋਡ ਸਾਡਾ ਸਰਕਟ ਇਹ ਬ੍ਰੇਕਰ ਟ੍ਰਿਪ ਕਰ ਜਾਏਗਾ। ਜਿਹੜੀ ਟਾਈਪ C ਹੈ ਉਸ ਦੇ ਵਿੱਚ ਇਹਨੂੰ ਕੈਟਾਗਰਾਈਜ਼ ਕੀਤਾ ਗਿਆ ਹੈ ਹੈਲੋ ਜੀ। ਤੇ ਜਿਹੜੀ ਟਾਈਪ C ਹੈ, ਇਸ ਟਾਈਪ ਦੇ ਵਿੱਚ ਇਹਨੂੰ ਡਿਵਾਈਡ ਕੀਤਾ ਗਿਆ ਹੈ 5 ਤੋਂ ਲੈ ਕੇ 10 ਗੁਣਾ ਤੱਕ। ਮੰਨ ਕੇ ਚੱਲੋ ਜੇ 10 ਐਂਪੀਅਰ ਹੈ ਤਾਂ ਸਾਡਾ 50 ਜਾਂ 100 ਐਂਪੀਅਰ ਤੇ ਅਗਰ ਕਰੰਟ ਵੱਧਦਾ ਹੈ, ਸ਼ਾਰਟ ਸਰਕਟ ਕਰੰਟ ਆਉਂਦਾ ਹੈ ਤਾਂ ਇਹ ਸਰਕਟ ਬ੍ਰੇਕਰ ਟ੍ਰਿਪ ਕਰੇਗਾ। ਤੇ ਇਸੇ ਤਰ੍ਹਾਂ ਟਾਈਪ D ਦੇ ਵਿੱਚ ਇਸ ਨੂੰ 10 ਤੋਂ 20 ਦੇ ਵਿੱਚ ਕੀਤਾ ਗਿਆ। ਜੇ 10 ਐਂਪੀਅਰ ਹੈ ਤਾਂ 100 ਤੇ 200 ਐਂਪੀਅਰ ਅਗਰ ਇਸਦਾ ਸ਼ਾਰਟ ਸਰਕਟ ਕਰੰਟ ਆਉਂਦਾ ਹੈ ਤਾਂ ਇਹ ਸਰਕਟ ਬ੍ਰੇਕਰ ਟ੍ਰਿਪ ਕਰੇਗਾ ਜੀ। ਉਸ ਤੋਂ ਬਾਅਦ
ਉਸ ਤੋਂ ਬਾਅਦ ਜਿਹੜਾ ਸਾਡਾ ਸਰਕਟ ਬ੍ਰੇਕਰ ਆ ਜਾਂਦਾ ਜੀ MCB ਤੋਂ ਬਾਅਦ, ਉਹ ਹੈਗਾ 에ਅਰ ਸਰਕਟ ਬ੍ਰੇਕਰ। 에ਅਰ ਸਰਕਟ ਬ੍ਰੇਕਰ ਵੀ MCB ਦੀ ਤਰ੍ਹਾਂ ਹੀ LT ਪੈਨਲਾਂ ਤੇ ਹੀ ਲਗਾਇਆ ਜਾਂਦਾ ਹੈ, ਕਿਉਂਕਿ ਇਹ ਲੋ ਵੋਲਟੇਜ ਸਰਕਟ ਬ੍ਰੇਕਰ ਹੈ ਤੇ ਇਹਨਾਂ ਦੀ ਵਰਕਿੰਗ ਹੈ ਜਿਹੜੀ ਉਹ LT ਸਪਲਾਈ ਲਈ ਹੀ ਕੀਤੀ ਜਾਂਦੀ ਹੈ। ਜਿਵੇਂ ਇਹ ਸਰਕਟ ਬ੍ਰੇਕਰ ਹੈ, ਇਹ LT ਪੈਨਲਾਂ ਤੇ 3 ਫੇਸ 430 440 ਵੋਲਟ LT ਸਪਲਾਈ ਲਈ ਅਸੀਂ ਮੋਸਟਲੀ 에ਅਰ ਸਰਕਟ ਬ੍ਰੇਕਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹਦੇ ਵਿੱਚ ਵੀ ਫੰਕਸ਼ਨ ਸੇਮ ਹੈ ਜੀ। 에ਅਰ ਸਰਕਟ ਬ੍ਰੇਕਰ ਦਾ 2 ਬਸ 12 ਨੂੰ 2 ਕੰਟੈਕਟ ਨੇ ਜੀ 3 ਫੇਸ ਸਪਲਾਈ ਲਈ, ਤੇ ਉਹਨਾਂ ਨੂੰ ਅਸੀਂ ਅਬਨੋਰਮਲ ਕੰਡੀਸ਼ਨ ਦੇ ਵਿੱਚ ਟ੍ਰਿਪ ਕਰਦੇ ਨੇ। ਉਸੇ ਤਰ੍ਹਾਂ ਉਹਨਾਂ ਦੇ ਵਿੱਚ ਕੋਇਲ ਲੱਗੀ ਹੁੰਦੀ ਹੈ ਜੀ, ਜਿਹੜੀ ਅਬਨੋਰਮਲ ਕੰਡੀਸ਼ਨ ਦੇ ਵਿੱਚ ਉਹਨਾਂ ਨੂੰ ਟ੍ਰਿਪ ਕਰਦੀ ਹੈ। ਇੱਕ 에ਅਰ ਚਿਊਟ 에ਅਰ ਚੈਂਬਰ ਬਣਿਆ ਹੁੰਦਾ ਜੀ 에ਅਰ ਸਰਕਟ ਬ੍ਰੇਕਰ ਦੇ ਵਿੱਚ। ਜਦੋਂ ਵੀ ਇਹ ਸਰਕਟ ਟ੍ਰਿਪ ਕਰਦਾ ਹੈ ਸ਼ਾਰਟ ਸਰਕਟ ਦੀ ਕੰਡੀਸ਼ਨ ਦੇ ਵਿੱਚ, ਤਾਂ ਜਿਹੜੀ ਸਪਾਰਕ ਪੈਦਾ ਹੁੰਦੀ ਹੈ, ਇਸ ਸਪਾਰਕ ਨੂੰ 에ਅਰ ਚੈਂਬਰ ਦੇ ਵਿੱਚ ਸਪਲਿਟ ਕਰ ਲਿਆ ਜਾਂਦਾ ਹੈ ਆਰਕ ਨੂੰ ਖਤਮ ਕਰਨ ਲਈ। 에ਅਰ ਚੈਂਬਰ ਇਹਦੇ ਵਿੱਚ ਬਣਿਆ ਹੁੰਦਾ ਹੈ ਤੇ ਮੋਸਟਲੀ ਇਹ ਇੰਡਸਟਰੀ ਦੇ ਵਿੱਚ ਵਰਤੇ ਜਾਂਦੇ ਨੇ, ਤੇ ਇਹਨਾਂ ਦੀ ਰੇਟਿੰਗ 800 ਐਂਪੀਅਰ ਤੋਂ ਲੈ ਕੇ 10,000 ਐਂਪੀਅਰ ਤੱਕ 에ਅਰ ਸਰਕਟ ਬ੍ਰੇਕਰ ਲਗਾਏ ਜਾਂਦੇ ਨੇ। ਤੇ ਇਹ ਬਕਾਇਦਾ ਇਹਨਾਂ ਨੂੰ ਰੈਕ ਆਊਟ ਰੈਕ ਇਨ ਕੀਤਾ ਜਾਂਦਾ ਹੈ। ਜੇ ਇਹਨਾਂ ਦੀ ਕੰਸਟਰਕਸ਼ਨ ਦੀ ਗੱਲ ਕਰੀਏ ਤਾਂ ਇਹਦੇ ਵਿੱਚ ਚਾਰਜਿੰਗ ਮੈਥਡ ਹੁੰਦਾ ਹੈ ਜੀ। ਸਪਰਿੰਗ ਚਾਰਜ ਹੋਣ ਦੀ ਕੰਡੀਸ਼ਨ ਤੋਂ ਬਾਅਦ ਟੈਂਸ ਵੱਧ ਜਾਂਦੀ ਹੈ ਉਹਦੇ ਵਿੱਚ, ਉਸ ਤੋਂ ਬਾਅਦ ਹੀ ਇਹਨੂੰ ਸਰਕਟ ਨੂੰ ਟ੍ਰਿਪ ਕਰਾਉਂਦਾ ਹੈ। ਤੇ ਜੇਕਰ ਅਸੀਂ ਮੈਨੂਅਲੀ ਇਹਨੂੰ ਆਪਰੇਟ ਕਰਨਾ ਹੈ ਤਾਂ ਵੀ ਅਸੀਂ ਸਪਰਿੰਗ ਨੂੰ ਚਾਰਜ ਕੰਡੀਸ਼ਨ ਦੇ ਵਿੱਚ ਹਰ ਵਕਤ ਰੱਖਣਾ ਪਵੇਗਾ। ਇਹ ਆਟੋ ਚਾਰਜ ਹੁੰਦੇ ਨੇ ਜੀ, ਮੈਨੂਅਲੀ ਵੀ ਚਾਰਜ ਹੁੰਦੇ ਨੇ। ਆਟੋ ਚਾਰਜ ਆਪਣੇ ਆਪ ਹੀ ਆਟੋ ਚਾਰਜ ਹੋ ਜਾਂਦੇ ਨੇ, ਮੋਟਰ ਲੱਗੀ ਹੁੰਦੀ ਹੈ ਜੀ ਇਹਨਾਂ ਦੇ ਵਿੱਚ, ਤੇ ਬਾਈ ਮੈਨੂਅਲੀ ਇਹਨੂੰ ਮੈਨੂਅਲੀ ਹੈਂਡਲ ਪਾ ਕੇ ਵੀ ਚਾਰਜ ਕਰ ਸਕਦੇ ਹਾਂ। ਮੋਸਟਲੀ ਇੰਡਸਟਰੀ ਦੇ ਵਿੱਚ ਜਿੱਥੇ ਲੋਡ ਜ਼ਿਆਦਾ ਹੈ, ਇਹਨਾਂ ਦੀ ਕਪੈਸਿਟੀ 800 ਐਂਪੀਅਰ ਤੋਂ ਲੈ ਕੇ 10,000 ਐਂਪੀਅਰ ਤੱਕ ਦੀ ਹੁੰਦੀ ਹੈ, ਤੇ ਉੱਥੇ ਇਹਨਾਂ ਦੀ ਵਰਤੋਂ ਕੀਤੀ ਜਾਂਦੀ ਹੈ। ਹਾਂਜੀ, ਉਸ ਤੋਂ ਬਾਅਦ ਆ ਜਾਂਦਾ ਜੀ ਵੈਕਿਊਮ ਸਰਕਟ ਬ੍ਰੇਕਰ। ਵੈਕਿਊਮ ਸਰਕਟ ਬ੍ਰੇਕਰ ਮੋਸਟਲੀ ਲੋ ਵੋਲਟੇਜ, ਕਿਉਂਕਿ ਪਹਿਲਾਂ ਅਸੀਂ ਗੱਲ ਕਰ ਸੀ ਲੋ ਵੋਲਟੇਜ ਦੀ, ਇਹ ਮੀਡੀਅਮ ਵੋਲਟੇਜ ਦੇ ਵਿੱਚ ਜ਼ਿਆਦਾਤਰ ਵੈਕਿਊਮ ਸਰਕਟ ਬ੍ਰੇਕਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਹੁਣ ਵੈਕਿਊਮ ਸਰਕਟ ਬ੍ਰੇਕਰ ਦੀ ਗੱਲ ਕਰਨ ਤੋਂ ਪਹਿਲਾਂ ਗੱਲ ਕਰਦੇ ਹਾਂ ਇਹਦੇ ਵਿੱਚ ਵੈਕਿਊਮ ਸਰਕਟ ਬ੍ਰੇਕਰ ਲਾਉਣ ਦੀ ਜ਼ਰੂਰਤ ਕਿਉਂ ਪੈਂਦੀ ਹੈ ਮੀਡੀਅਮ ਲਾਈਨਾਂ ਦੇ ਵਿੱਚ। ਕਿਉਂਕਿ ਵੈਕਿਊਮ ਸਰਕਟ ਬ੍ਰੇਕਰ ਤੋਂ ਇਹਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਜਿੱਥੇ ਸਾਡੇ ਸਰਕਟ ਦੇ ਬ੍ਰੇਕਰ ਟ੍ਰਿਪ ਕਰਨ ਦੇ ਕੰਟੈਕਟ ਨੇ, ਪੁਆਇੰਟ ਨੇ, ਜਦੋਂ ਉਹ ਬ੍ਰੇਕ ਕਰਦੇ ਨੇ ਕਿਸੇ ਵੀ ਅਬਨੋਰਮਲ ਕੰਡੀਸ਼ਨ ਕਾਰਨ, ਫਾਲਟ ਕਾਰਨ, ਤਾਂ ਉੱਥੇ ਸਪਾਰਕ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਪੈਦਾ ਹੁੰਦੀ ਹੈ। ਤੇ ਜਿਹੜੇ ਵੈਕਿਊਮ ਸਰਕਟ ਬ੍ਰੇਕਰ ਨੇ ਮੋਸਟਲੀ 11 kV ਤੋਂ ਲੈ ਕੇ 33 kV ਲਾਈਨਾਂ ਤੱਕ ਲਗਾਏ ਜਾਂਦੇ ਨੇ। 11,000 ਵੋਲਟ ਤੋਂ 33,000 ਵੋਲਟ ਤੱਕ ਇਹ ਲਗਾਏ ਜਾਂਦੇ ਨੇ। ਤੇ ਇਹ ਬ੍ਰੇਕਰ ਜਿੱਥੇ ਲਗਾਏ ਜਾਂਦੇ ਨੇ, ਜਿੱਥੇ ਇਹਨਾਂ ਦੇ ਮੇਕ ਤੇ ਬ੍ਰੇਕ ਕੰਟੈਕਟ ਬਣੇ ਹੁੰਦੇ ਨੇ, ਉੱਥੇ ਜਦੋਂ ਇਹ ਸਰਕਟ ਬ੍ਰੇਕਰ ਟ੍ਰਿਪ ਕਰਦਾ ਹੈ, ਸਰਕਟ ਬ੍ਰੇਕਰ ਜਦੋਂ ਅਬਨੋਰਮਲ ਕੰਡੀਸ਼ਨ ਦੇ ਵਿੱਚ ਟ੍ਰਿਪ ਕਰਦਾ ਹੈ ਤਾਂ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਆਰਕ ਪ੍ਰੋਡਿਊਸ ਹੁੰਦੀ ਹੈ। ਕਿਉਂਕਿ ਆਰਕ ਫੈਨੋਮੀਨਾ ਇਹ ਹੈ ਵੀ ਜਦੋਂ ਵੀ ਕਿਸੇ ਚੱਲਦੇ ਕਰੰਟ ਨੂੰ, ਚੱਲਦੇ ਬਹਿੰਦੇ ਕਰੰਟ ਨੂੰ ਜਦੋਂ ਅਸੀਂ ਵਿਚਕਾਰੋਂ ਇੰਸਟੈਂਟਲੀ ਇੱਕੋਦਮ ਤੋੜ ਦਿੰਦੇ ਆ, ਤਾਂ ਉੱਥੇ ਜਿਹੜੀ ਸਪਾਰਕ ਹੈ ਬਹੁਤ ਜ਼ਿਆਦਾ ਵੱਧ ਜਾਂਦੀ ਹੈ, ਕਿਉਂਕਿ ਉਹਦੀ એનર્ਜੀ ਜ਼ਿਆਦਾ ਹੋ ਜਾਂਦੀ ਹੈ। ਤੇ ਉਹ ਸਪਾਰਕ ਇੰਨੀ ਕੁ ਜ਼ਿਆਦਾ ਹੁੰਦੀ ਹੈ ਕਿ ਸਾਡੇ ਜਿਹੜੇ ਕੰਟੈਕਟ ਨੇ, ਮੇਲ ਫੀਮੇਲ ਕੰਟੈਕਟ ਨੇ ਜਿਹੜੇ ਜੁੜਦੇ ਨੇ ਆਪਸ ਦੇ ਵਿੱਚ। ਦੇਖੋ ਵੈਕਿਊਮ ਸਰਕਟ ਬ੍ਰੇਕਰ ਦੇ ਵਿੱਚ ਇੱਕ ਫਿਕਸ ਕੰਟੈਕਟ ਹੁੰਦਾ ਜੀ, ਇੱਕ ਮੂਵੇਬਲ ਕੰਟੈਕਟ ਹੁੰਦਾ ਹੈ, ਤੇ ਇਹ ਦੋਨੋਂ ਹੀ ਫਿਕਸ ਤੇ ਮੂਵੇਬਲ ਕੰਟੈਕਟ ਵੈਕਿਊਮ ਇੰਟਰਪਟਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਮੇਜ ਦੇ ਵਿੱਚ, ਇਹ ਚਿੱਟੇ ਰੰਗ ਦੀਆਂ ਜੋ ਹੈ ਵੈਕਿਊਮ ਨੇ ਜੀ, ਇਹਨਾਂ ਦਾ ਉੱਪਰਲਾ ਪੋਰਸ਼ਨ ਹੈ ਜਿਹੜਾ, ਉੱਪਰਲੇ ਕੰਟੈਕਟ ਨੇ ਇਹ ਫਿਕਸ ਹੁੰਦੇ ਨੇ, ਤੇ ਇਹ ਇੰਟਰਨਲੀ ਬੱਸ ਬਾਰਾਂ ਦੇ ਨਾਲ ਕਨੈਕਟ ਹੁੰਦੇ ਨੇ। ਮੋਸਟਲੀ ਇਹ ਹਮੇਸ਼ਾ ਇਹਨਾਂ ਤੱਕ ਸਪਲਾਈ ਜਦੋਂ ਅਸੀਂ ਇਨਕਮਰ ਔਨ ਕਰਦੇ ਤਾਂ ਇਹ ਕੰਟੈਕਟਾਂ ਤੱਕ ਜਾਂ ਕੰਟੈਕਟ ਬੋਲਿਆ ਜਾਂਦਾ, ਜਾਂ ਇਹਨਾਂ ਨੂੰ ਫੀਮੇਲ ਕੰਟੈਕਟ ਵੀ ਬੋਲਿਆ ਜਾਂਦਾ। ਮੋਸਟਲੀ ਇਹਨਾਂ ਨੂੰ ਜਾਂ ਕੰਟੈਕਟ, ਟੈਕਨੀਕਲ ਲੈਂਗੁਏਜ ਦੇ ਵਿੱਚ ਜਾਂ ਕੰਟੈਕਟ ਬੋਲਿਆ ਜਾਂਦਾ ਹੈ। 6 ਕੰਟੈਕਟ ਤੁਸੀਂ ਦੇਖ ਰਹੇ ਹੋ, 3 ਉੱਪਰਲੇ ਪੋਰਸ਼ਨ ਦੇ ਵਿੱਚ, 3 ਪੋਰਸ਼ਨ ਦੇ ਵਿੱਚ ਨੇ। ਉੱਪਰਲੇ ਪੋਰਸ਼ਨ ਦੇ ਤਿੰਨੋਂ ਕੰਟੈਕਟ ਆਪਸ ਦੇ ਫਿਕਸ ਨੇ, ਤੇ ਤਿੰਨਾਂ ਦੇ ਵਿੱਚ ਸਪਲਾਈ ਹਮੇਸ਼ਾ ਕਨੈਕਟ ਰਹਿੰਦੀ ਹੈ ਜਦੋਂ ਅਸੀਂ ਇਹਨੂੰ ਟਰਾਲੀ ਨੂੰ ਰੈਕ ਇਨ ਕਰਦੇ ਹਾਂ। ਇਸ ਵੈਕਿਊਮ ਇੰਟਰਪਟਰ ਦੇ ਸੈਂਟਰ ਪਾਰਟ ਤੱਕ ਸਪਲਾਈ ਸਾਡੀ 11,000 ਵੋਲਟ ਆ ਜਾਂਦੀ ਹੈ ਜਦੋਂ ਅਸੀਂ ਇਸ ਟਰਾਲੀ ਨੂੰ ਰੈਕ ਇਨ ਕਰ ਦਿੰਦੇ ਹਾਂ।
ਕਿਉਂਕਿ ਇਹ ਜਦੋਂ ਬੱਸ ਬਾਰ ਦੇ ਨਾਲ ਕਨੈਕਟ ਹੋ ਜਾਂਦੀ ਹੈ ਸਪਲਾਈ। ਹੁਣ ਜਿਹੜਾ ਹੇਠਲਾ ਪੋਰਸ਼ਨ ਹੈ ਜੀ ਇਹਦਾ ਵੈਕਿਊਮ ਇੰਟਰਪਟਰ ਤੋਂ ਹੇਠਲਾ ਪੋਰਸ਼ਨ ਜਿੱਥੋਂ ਅਸੀਂ ਸਪਲਾਈ ਨੂੰ ਸਪਲਾਈ ਨੂੰ ਬਾਹਰ ਕੱਢਣਾ ਹੈ, ਆਊਟਪੁੱਟ ਆਊਟਗੋਇੰਗ ਫੀਡਰਾਂ ਨੂੰ ਸਪਲਾਈ ਡਿਸਟ੍ਰੀਬਿਊਟ ਹੋਣੀ ਹੈ ਜਦੋਂ ਅਸੀਂ ਇਹਦਾ TNC ਸਵਿਚ ਨੂੰ ਔਨ ਕਰਨਾ ਹੈ। ਤਾਂ ਹੇਠਲਾ ਪੋਰਸ਼ਨ ਹੈ ਜਿਹੜਾ ਇਹਦਾ ਜਾ ਕੰਟੈਕਟ ਦਾ ਉਹ ਮੂਵੇਬਲ ਹੈ। ਇਹਨਾਂ ਦੇ ਵਿਚਕਾਰ ਜਿਹੜਾ ਗੈਪ ਹੈ ਉਹ 3 ਤੋਂ ਲੈ ਕੇ 4 mm ਦਾ ਗੈਪ ਹੈ। ਤੇ ਇਹਨਾਂ ਬੋਤਲਾਂ ਦੇ ਵਿੱਚ ਜਾਂ ਇਹਨਾਂ ਨੂੰ ਮੋਸਟਲੀ ਟੈਕਨੀਕਲ ਲੈਂਗੁਏਜ ਦੇ ਵਿੱਚ ਵੈਕਿਊਮ ਇੰਟਰਪਟਰ ਬੋਲਿਆ ਜਾਂਦਾ ਜੀ। ਇਹਨਾਂ ਦੇ ਵਿੱਚ ਬਿਲਕੁਲ ਵੈਕਿਊਮ ਹੁੰਦਾ ਹੈ, ਹਵਾ ਹੁੰਦੀ ਹੈ। ਤੇ ਜਦੋਂ ਕਿਸੇ ਵੀ ਫਾਲਟ ਕਾਰਨ ਆਪਸ ਨਾਰਮਲੀ ਇਨੀਸ਼ੀਅਲ ਕੰਡੀਸ਼ਨ ਦੇ ਵਿੱਚ ਇਹ ਜਿਹੜੇ ਰੋਡ ਨੇ ਇਹ ਕੰਟੈਕਟ ਨੇ ਇੰਟਰਨਲੀ ਵੈਕਿਊਮ ਇੰਟਰਪਟਰ ਦੇ ਵਿੱਚ ਜੁੜੇ ਰਹਿੰਦੇ ਨੇ। ਪਰ ਜਦੋਂ ਵੀ ਕਿਸੇ ਕਾਰਨ ਫਾਲਟ ਪੈਂਦਾ ਹੈ, ਫਾਲਟ ਪੈਣ ਦੇ ਕਾਰਨ ਇਹ ਜਿਹੜੇ ਕੰਟੈਕਟ ਨੇ ਆਪਸ ਦੇ ਵਿੱਚੋਂ ਪਿੱਛੇ ਹਟ ਜਾਂਦੇ ਨੇ। ਲਗਭਗ 4 ਤੋਂ 5 mm ਇਹਨਾਂ ਦੇ ਵਿਚਕਾਰ ਗੈਪ ਪ੍ਰੋਡਿਊਸ ਹੋ ਜਾਂਦਾ ਹੈ। ਤਾਂ ਜਦੋਂ ਇਹ ਗੈਪ ਪ੍ਰੋਡਿਊਸ ਹੁੰਦਾ ਹੈ ਤਾਂ ਉੱਥੇ ਆਰਕ ਪ੍ਰੋਡਿਊਸ ਹੋਣੀ ਨੈਚੁਰਲੀ ਹੈ। ਤਾਂ ਉਹ ਆਰਕ ਨੂੰ ਖਤਮ ਕਰਨ ਵਾਸਤੇ, ਆਰਕ ਨੂੰ ਕੁਇੰਚ ਕਰਨ ਵਾਸਤੇ ਅਸੀਂ ਜਿਹੜਾ ਇੱਥੇ ਸੋਰਸ ਮੀਡੀਅਮ ਯੂਜ਼ ਕਰ ਰਹੇ ਹਾਂ ਜੀ ਉਹ ਹੈਗਾ ਵੈਕਿਊਮ। ਵੈਕਿਊਮ ਬਿਲਕੁਲ ਹਵਾ ਨਹੀਂ ਹੈਗੀ ਜੀ ਇਹਦੇ ਵਿੱਚ, ਬਿਲਕੁਲ ਹੀ ਵੈਕਿਊਮ ਹੈ। ਇਸ ਕਰਕੇ ਇਹਦੇ ਵਿੱਚ ਆਰਕ ਪ੍ਰੋਡਿਊਸ ਨਹੀਂ ਹੁੰਦੀ। ਜਦੋਂ ਵੀ ਕਿਸੇ ਤਰ੍ਹਾਂ ਕੋਈ ਅਬਨੋਰਮਲ ਕੰਡੀਸ਼ਨ ਦੇ ਵਿੱਚ ਟ੍ਰਿਪ ਕਰਦਾ ਸਾਡਾ ਬ੍ਰੇਕਰ ਤੇ ਇੱਥੇ ਬਿਲਕੁਲ ਵੀ ਆਰਕ ਪ੍ਰੋਡਿਊਸ ਨਹੀਂ ਹੁੰਦੀ। ਉਸ ਤੋਂ ਬਾਅਦ ਕੀ ਕਰਦੇ ਹਾਂ ਜੀ ਅਸੀਂ ਫਾਲਟ ਨੂੰ ਕਲੀਅਰ ਕਰ ਲਿਆ ਜਾਂਦਾ ਹੈ। ਫਾਲਟ ਕਲੀਅਰ ਕਰਨ ਤੋਂ ਬਾਅਦ ਕਿਉਂਕਿ ਜਿਹੜਾ ਇਹਦਾ ਸਿਸਟਮ ਹੈ ਫਾਲਟ ਡਿਟੈਕਸ਼ਨ ਦਾ ਉਹ ਰਿਲੇ ਦੇ ਥਰੂ ਆਉਂਦਾ ਹੈ। ਸਾਡੇ ਹਰ ਇੱਕ 3 ਫੇਜ਼ ਤਿੰਨਾਂ ਫੇਜ਼ਾਂ ਦੇ ਵਿੱਚ ਉਹ ਇੱਕ CT ਲਗਾਇਆ ਜਾਂਦਾ ਹੈ। CT ਦੀ ਰੇਸ਼ੋ ਹੁੰਦੀ ਹੈ ਜੀ ਬਕਾਇਦਾ, ਡਿਪੈਂਡ ਕਰਦੀ ਹੈ ਲੋਡ ਤੇ, ਕਿੰਨਾ ਲੋਡ ਚੱਲ ਰਿਹਾ ਹੈ। CT ਜਿਹੜੇ ਹੁੰਦੇ ਨੇ ਉਹ 900 450 5 ਐਂਪੀਅਰ ਜਾਂ 1200 600 ਲੀਕ 5 ਐਂਪੀਅਰ ਇਸ ਤਰ੍ਹਾਂ ਦੀ ਉਹਨਾਂ ਦੀ ਰੇਟਿੰਗ ਹੁੰਦੀ ਹੈ। ਭਾਵ ਜੇਕਰ 1200 ਦੇ ਨੀਅਰ ਅਬਾਊਟ ਚੱਲ ਰਿਹਾ, 1000 ਪਲੱਸ ਚੱਲ ਰਿਹਾ ਤਾਂ ਉਹਨਾਂ ਦੀ ਸੈਟਿੰਗ 1200 ਤੇ ਕੀਤੀ ਜਾਂਦੀ ਹੈ। ਜੇ ਲੋਡ 600 ਦੇ ਨੀਅਰ ਅਬਾਊਟ ਚੱਲ ਰਿਹਾ ਤਾਂ CT ਦੀ ਜਿਹੜੀ ਸੈਟਿੰਗ ਆ ਉਹ 600 ਤੇ ਕੀਤੀ ਜਾਂਦੀ ਹੈ। ਤੇ ਆਊਟਪੁੱਟ ਹੈ ਜਿਹੜੀ ਉਹਨਾਂ ਦੀ CT ਕਰੰਟ ਟਰਾਂਸਫਾਰਮਰ ਦੀ ਉਹ 5 ਐਂਪੀਅਰ ਹੀ ਦੇਣੀ ਹੈ ਜਿਹੜੀ ਕੋਇਲ ਨੂੰ ਦਿੱਤੀ ਜਾਣੀ ਹੈ ਜੀ। ਹੁਣ ਜਦੋਂ ਵੀ ਕਿਸੇ ਕਾਰਨ ਕਿਸੇ ਵੀ ਫਾਲਟ ਪ੍ਰੋਡਿਊਸ ਹੋਣ ਦੇ ਕਾਰਨ ਉਹ ਕਰੰਟ 1200 ਤੋਂ ਜਾਂ 600 ਤੋਂ ਜਿੱਥੇ ਵੀ ਸੈਟਿੰਗ ਕੀਤੀ ਗਈ ਹੈ ਵੱਧ ਜਾਂਦਾ ਹੈ ਤਾਂ ਸੈਕੰਡਰੀ ਸਾਈਡ ਤੇ ਜਿਹੜਾ ਕਰੰਟ 5 ਐਂਪੀਅਰ ਤੋਂ ਕ੍ਰਾਸ ਕਰ ਜਾਂਦਾ ਹੈ, ਉਹਦੀ ਲਿਮਟ 5 ਤੋਂ 6-7 ਐਂਪੀਅਰ ਹੋ ਜਾਂਦੀ ਹੈ। ਤਾਂ ਕੋਇਲ ਨੂੰ ਐਨਰਜਾਈਜ਼ ਕਰ ਦਿੰਦਾ ਜੀ। ਐਨਰਜਾਈਜ਼ ਕਰਨ ਤੋਂ ਬਾਅਦ ਕੋਇਲ ਅੱਗੇ ਟ੍ਰਿਪਿੰਗ ਕੋਇਲ ਨੂੰ ਕਮਾਂਡ ਦਿੰਦੀ ਹੈ ਜੋ ਕਿ ਬ੍ਰੇਕਰ ਨੂੰ ਟ੍ਰਿਪ ਕਰਾ ਦਿੰਦੀ ਹੈ। ਤੇ ਉਸ ਤੋਂ ਬਾਅਦ ਜਿਹੜਾ ਸਾਡਾ ਫੰਕਸ਼ਨ ਹੈ ਸ਼ੁਰੂ ਹੁੰਦਾ ਹੈ ਟ੍ਰਿਪ ਹੋਣ ਤੋਂ ਬਾਅਦ। ਜਿਉਂ ਹੀ ਬ੍ਰੇਕਰ ਨੇ ਟ੍ਰਿਪਿੰਗ ਦਿੱਤੀ, ਟ੍ਰਿਪਿੰਗ ਕੋਇਲ ਨੇ ਬ੍ਰੇਕਰ ਨੂੰ ਕਮਾਂਡ ਦਿੱਤੀ ਕਿ ਬ੍ਰੇਕਰ ਟ੍ਰਿਪ ਹੋ ਗਿਆ ਤਾਂ ਉੱਥੇ ਸਾਡੀ ਆਰਕ ਪ੍ਰੋਡਿਊਸ ਹੁੰਦੀ ਹੈ। ਤੇ ਉਸ ਆਰਕ ਨੂੰ ਕੁਇੰਚ ਕਰਨ ਵਾਸਤੇ, ਉਸ ਆਰਕ ਨੂੰ ਖਤਮ ਕਰਨ ਵਾਸਤੇ ਅਸੀਂ ਇੱਥੇ ਸੋਰਸ ਅਲੱਗ-ਅਲੱਗ ਵਰਤ ਰਹੇ ਹਾਂ। ਹੁਣ ਵੈਕਿਊਮ ਸਰਕਟ ਬ੍ਰੇਕਰ ਦੀ ਗੱਲ ਹੋ ਰਹੀ ਹੈ ਤਾਂ ਇੱਥੇ ਜਿਹੜਾ ਸੋਰਸ ਹੈ ਮੀਡੀਅਮ ਹੈ ਆਰਕ ਨੂੰ ਕੁਇੰਚ ਕਰਨ ਦਾ ਉਹ ਵੈਕਿਊਮ ਹੈ, ਹਵਾ ਰਹਿਤ ਵੈਕਿਊਮ ਇੰਟਰਪਟਰ। ਬਿਲਕੁਲ ਵੈਕਿਊਮ, ਇਹਨਾਂ ਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਇਹ ਵੈਕਿਊਮ, ਇਹਨਾਂ ਦੇ ਵਿਚਕਾਰ ਹਵਾ ਨਹੀਂ ਹੈਗੀ। ਜੇਕਰ ਹਵਾ ਨਹੀਂ ਹੈਗੀ ਤਾਂ ਉੱਥੇ ਆਰਕ, ਕਿਉਂਕਿ ਆਰਕ ਜਿਹੜੀ ਪ੍ਰੋਡਿਊਸ ਹੁੰਦੀ ਹੈ ਹਵਾ, ਆਇਨਸ ਬਣ ਜਾਂਦੇ ਨੇ ਜੀ, ਆਇਓਨਾਈਜੇਸ਼ਨ ਹੋ ਜਾਂਦੀ ਹੈ, ਇੱਕ ਕੰਡਕਟਿੰਗ ਪਾਥ ਬਣ ਜਾਂਦਾ ਹੈ ਦੋ ਰੋਡ ਦੇ ਵਿਚਕਾਰ ਜਦੋਂ ਉਹ ਇੱਕ ਦੂਜੇ ਤੋਂ ਸੈਪਰੇਟ ਹੁੰਦੇ ਨੇ ਚੱਲਦੀ ਸਪਲਾਈ ਦੇ ਵਿੱਚ। ਤਾਂ ਉਸ ਆਇਓਨਾਈਜੇਸ਼ਨ ਨੂੰ ਖਤਮ ਕਰਨ ਲਈ ਅਸੀਂ ਮੀਡੀਅਮ ਹੈ ਜਿਹੜਾ ਸੋਰਸ ਵਰਤ ਰਹੇ ਹਾਂ ਉਹ ਇੱਥੇ ਵੈਕਿਊਮ ਵਰਤ ਰਹੇ ਹਾਂ, ਵੈਕਿਊਮ ਇੰਟਰਪਟਰ ਵਰਤਿਆ ਜਾ ਰਿਹਾ ਹੈ। ਅਸੀਂ ਇਮੇਜ ਦੇਖ ਸਕਦੇ ਹੋ ਜੀ ਇਹਦੀ, ਇਹ ਯਾ ਕੰਟੈਕਟ ਨੇ, ਵੈਕਿਊਮ ਇੰਟਰਪਟਰ ਦੀ ਇਮੇਜ ਹੈ। ਆ ਯਾ ਕੰਟੈਕਟ ਹੈ ਜੀ ਜੋ ਕਿ ਮੇਲ ਕੰਟੈਕਟ ਦੇ ਨਾਲ ਕਨੈਕਟ ਹੁੰਦਾ ਹੈ। ਇਹਨੂੰ ਟਰੋਲੀ ਬੋਲਿਆ ਜਾਂਦਾ ਹੈ ਮੋਸਟਲੀ। ਜਦੋਂ ਇਹਨੂੰ ਰੈਕ ਇਨ ਕਰਦੇ ਆ ਜੀ, ਰੈਕ ਇਨ ਤੋਂ ਕਰਨ ਤੋਂ ਬਾਅਦ ਇਹ ਮੋਸਟਲੀ ਕਨੈਕਟ ਹੋ ਜਾਂਦੇ ਨੇਗੇ ਬ੍ਰੇਕਰ ਦੇ ਇੰਟਰਨਲੀ। ਇਹ ਇਹਦਾ ਮੂਵੇਬਲ ਪਾਰਟ ਹੈ, ਤੁਸੀਂ ਦੇਖ ਸਕਦੇ ਹੋ। ਇਹਦੇ ਵਿਚਕਾਰ ਜਿਹੜਾ ਵੈਕਿਊਮ ਇੰਟਰਪਟਰ ਹੈ ਨੀਚੇ 4 ਤੋਂ 5 mm ਦਾ ਰੋਡ ਬਾਹਰ ਨੂੰ ਆਇਆ ਹੋਇਆ ਕਿਉਂਕਿ ਇਹ ਰੈਕ ਆਊਟ ਕੀਤੇ ਹੋਏ ਨੇ। ਨਾਰਮਲ ਇਨੀਸ਼ੀਅਲ ਕੰਡੀਸ਼ਨ ਦੇ ਵਿੱਚ ਇਹ ਬਿਲਕੁਲ ਉੱਪਰ ਹੋਏਗਾ, ਰੋਡ ਦੇਖ ਸਕਦੇ ਹੋ ਤੁਸੀਂ। ਇਹ ਮੈਕੈਨਿਜ਼ਮ ਦੇ ਨਾਲ ਕਨੈਕਟ ਨੇ ਜੀ ਬਕਾਇਦਾ ਮਕੈਨੀਕਲੀ। ਹਾਂਜੀ, ਉਸ ਤੋਂ ਬਾਅਦ ਗੱਲ ਆ ਰਹੀ ਹੈ ਜੀ ਆਇਲ ਸਰਕਟ ਬ੍ਰੇਕਰ। ਆਇਲ ਸਰਕਟ ਬ੍ਰੇਕਰ ਦੇਖੋ, ਹਰ ਇੱਕ ਸਰਕਟ ਬ੍ਰੇਕਰ ਦਾ ਮੈਕੈਨਿਜ਼ਮ ਸੇਮ ਹੈ ਜੀ। ਹਰ ਇੱਕ ਸਰਕਟ ਬ੍ਰੇਕਰ ਦੇ ਵਿੱਚ ਇੱਕ ਫਿਕਸ ਕੰਡਕਟ ਹੈ ਤੇ ਇੱਕ ਮੂਵ ਕੰਡਕਟ ਹੈ। ਫਿਕਸ ਕੰਡਕਟ ਮੂਵੇਬਲ ਨਾਰਮਲ ਕੰਡੀਸ਼ਨ ਵਿੱਚ ਜੁੜੇ ਰਹਿੰਦੇ ਨੇ ਤੇ ਸਾਡੀ ਸਪਲਾਈ ਹੈ ਕੰਟੀਨਿਊ ਹੁੰਦੀ ਰਹਿੰਦੀ ਹੈ ਜੀ, ਅੱਗੇ ਡਿਸਟ੍ਰੀਬਿਊਟ ਹੁੰਦੀ ਰਹਿੰਦੀ ਹੈ। ਪਰ ਜਦੋਂ ਵੀ ਕਿਸੇ ਕਾਰਨ, ਕਿਸੇ ਫਾਲਟ ਕਾਰਨ, ਚਾਹੇ ਉਹ ਫੇਸ ਟੂ ਫੇਸ ਫਾਲਟ ਹੋ ਜੇ ਜੀ, ਚਾਹੇ ਫੇਸ ਟੂ ਅਰਥ ਫਾਲਟ ਹੋ ਜੇ ਜੀ, ਜਾਂ ਕੋਈ ਹੋਰ ਕਿਸੇ ਵੀ ਤਰ੍ਹਾਂ ਦੀ ਕੰਡੀਸ਼ਨ ਹੈ, ਉਸ ਕੰਡੀਸ਼ਨ ਦੇ ਵਿੱਚ
ਫਿਕਸ ਕੰਟੈਕਟ ਤੋਂ ਮੂਵੇਬਲ ਕੰਟੈਕਟ ਪਿੱਛੇ ਹਟ ਜਾਂਦਾ ਹੈ ਤੇ ਜਦੋਂ ਪਿੱਛਦਾ ਹੈ ਉਹਨਾਂ ਦੇ ਵਿਚਕਾਰ ਗੈਪ ਪੈਦਾ ਹੁੰਦਾ ਤਾਂ ਉੱਥੇ ਆਰਕ ਪ੍ਰੋਡਿਊਸ ਹੋਣੀ ਨੈਚੁਰਲੀ ਹੈ ਕਿਉਂਕਿ ਅਗਰ ਤੁਸੀਂ ਕਿਸੇ ਚੱਲਦੇ ਪਾਣੀ ਦੇ ਵਿੱਚ ਵੀ ਮੰਨ ਕੇ ਚੱਲੋ ਵੀ ਕਿਸੇ ਪਾਈਪ ਦੇ ਨਾਲ ਅਸੀਂ ਪਾਣੀ ਚੱਲ ਰਿਹਾ ਤੇ ਪਾਈਪ ਨੂੰ ਵੀ ਅੱਗੋਂ ਦੱਬ ਦੋਗੇ ਤਾਂ ਉਹਦਾ ਵੀ ਪ੍ਰੈਸ਼ਰ ਵੱਧ ਜਾਏਗਾ ਇਸ ਤਰ੍ਹਾਂ ਜਦੋਂ ਇੱਥੇ ਬ੍ਰੇਕ ਕਰਦੇ ਹਾਂ ਅਸੀਂ ਤਾਂ ਇੱਥੇ ਵੀ ਜਿਹੜੀ ਆਰਕ ਹੈ ਉਹ ਕਾਫੀ ਮਾਤਰਾ ਦੇ ਵਿੱਚ ਆਇਓਨਾਈਜੇਸ਼ਨ ਕਿਉਂਕਿ ਜਿਹੜਾ ਹਵਾ ਹਾਂਜੀ ਆਪਾਂ ਗੱਲ ਕਰ ਰਹੇ ਸੀ ਜੀ ਆਇਲ ਸਰਕਟ ਬ੍ਰੇਕਰ ਦੀ ਆਇਲ ਸਰਕਟ ਬ੍ਰੇਕਰ ਦੇ ਵਿੱਚ ਫੰਕਸ਼ਨ ਸੇਮ ਹੈ ਜੀ ਕਿਸੇ ਵੀ ਜਦੋਂ ਕੰਟੈਕਟ ਟੁੱਟਦੇ ਨੇ ਤਾਂ ਆਪਸ ਦੇ ਵਿੱਚ ਆਰਕ ਪ੍ਰੋਡਿਊਸ ਹੁੰਦੀ ਹੈ ਉਸ ਆਰਕ ਨੂੰ ਅਸੀਂ ਕੁਇੰਚ ਕਰਨਾ ਹੈ ਜੀ ਕਿ ਸੋਰਸ ਕੀ ਹੈ ਸਾਡੇ ਲਈ ਮੀਡੀਅਮ ਕੀ ਹੈ ਆਇਲ ਸਰਕਟ ਬ੍ਰੇਕਰ ਦੇ ਵਿੱਚ ਉਹ ਹੈਗਾ ਤੇਲ ਅਸੀਂ ਆਇਲ ਦੇ ਨਾਲ ਤੇਲ ਦੇ ਨਾਲ ਉਸ ਨੂੰ ਆਰਕ ਨੂੰ ਕੁਇੰਚ ਕਰਦੇ ਹਾਂ ਜੀ ਆਰਕ ਨੂੰ ਕੂਲ ਕਰਦੇ ਹਾਂ ਪਰ ਆਇਲ ਸਰਕਟ ਬ੍ਰੇਕਰ ਦੀ ਗੱਲ ਕਰਦੇ ਹਾਂ ਜਦੋਂ ਤਾਂ ਇਸ ਨੂੰ ਅੱਗੇ ਕਲਾਸੀਫਾਈਡ ਕਰਦੇ ਹਾਂ ਜੀ ਅਸੀਂ ਦੋ ਕੈਟਾਗਰੀ ਦੇ ਵਿੱਚ ਇੱਕ ਆ ਜਾਂਦਾ ਜੀ ਸਾਡੇ ਲਵੇ ਬਲਕ ਆਇਲ ਸਰਕਟ ਬ੍ਰੇਕਰ ਤੇ ਇੱਕ ਆ ਜਾਂਦਾ ਜੀ ਸਾਡੇ ਲਵੇ ਮਿਨੀਮਮ ਆਇਲ ਸਰਕਟ ਬ੍ਰੇਕਰ BOCB ਤੇ MOCB ਬਲਕ ਆਇਲ ਸਰਕਟ ਬ੍ਰੇਕਰ ਦੇ ਵਿੱਚ ਕੀ ਹੁੰਦਾ ਹੈ ਬਲਕ ਆਇਲ ਜਿਹੜਾ ਆਇਲ ਹੈ ਤੇਲ ਦੀ ਮਾਤਰਾ ਕਾਫੀ ਜ਼ਿਆਦਾ ਕੁਆਂਟੀਟੀ ਦੇ ਵਿੱਚ ਤੇਲ ਪਾਇਆ ਜਾਂਦਾ ਹੈ ਮੋਸਟਲੀ ਤੇ ਜਦੋਂ ਵੀ ਕਿਸੇ ਵੀ ਤਰ੍ਹਾਂ ਦੀ ਫਾਲਟ ਪੋਜੀਸ਼ਨ ਕ੍ਰੀਏਟ ਹੁੰਦੀ ਹੈ ਫਾਲਟ ਪੈਦਾ ਹੁੰਦਾ ਹੈ ਤਾਂ ਜਿਹੜੇ ਮੇਕ ਤੇ ਬ੍ਰੇਕ ਕੰਟੈਕਟ ਨੇ ਜਿਹੜੇ ਨਾਰਮਲੀ ਕੰਟੈਕਟ ਨੇ ਸਾਡੇ ਜਿੱਥੇ ਸਰਕਟ ਰੋਡ ਨੇ ਜਿਹੜੇ ਮੋਸਟਲੀ ਜਦੋਂ ਸਰਕਟ ਟ੍ਰਿਪ ਕਰਦਾ ਹੈ ਟੁੱਟਦੇ ਨੇ ਜਿੱਥੇ ਆਰਕ ਪ੍ਰੋਡਿਊਸ ਹੋਣੀ ਹੈ ਤਾਂ ਉਹ ਤੇਲ ਟੋਟਲੀ ਤੇਲ ਦੇ ਵਿੱਚ ਡੁੱਬੇ ਹੋਏ ਨੇ ਤੇ ਜਦੋਂ ਜਿੰਨੀਆਂ ਵੀ ਟ੍ਰਿਪਿੰਗਾਂ ਇਹਦੇ ਵਿੱਚ ਹੁੰਦੀਆਂ ਨੇਗੀਆਂ ਤਾਂ ਸਾਰੇ ਦਾ ਸਾਰਾ ਟੋਟਲੀ ਤੇਲ ਹੈ ਜਿਹੜਾ ਉਹ ਖਰਾਬ ਹੁੰਦਾ ਹੈ ਕਿਉਂਕਿ ਜਦੋਂ ਵੀ ਟ੍ਰਿਪਿੰਗ ਆਉਂਦੀ ਹੈ ਤਾਂ ਉਹਦੇ ਨਾਲ ਕਾਰਬਨ ਪ੍ਰੋਡਿਊਸ ਹੁੰਦੀ ਹੈ ਤਾਂ ਉਹ ਕਾਰਬਨ ਹੈ ਜਿਹੜੀ ਉਹ ਤੇਲ ਨੂੰ ਹੌਲੀ ਹੌਲੀ ਖਤਮ ਕਰਦੀ ਹੈ ਉਸ ਤੇਲ ਨੂੰ ਅਸੀਂ ਡੀਕੰਪੋਜ਼ ਕਰਨਾ ਪੈਂਦਾ ਹੈ ਦੁਬਾਰਾ ਅਸੀਂ ਉਹਨੂੰ ਕੱਢਦੇ ਹਾਂ ਕੁਝ ਟ੍ਰਿਪਿੰਗਾਂ ਤੋਂ ਬਾਅਦ ਤੇ ਉਸ ਨੂੰ ਫੇਰ ਡੀਹਾਈਡਰੇਟ ਗਰਮ ਕਰਦੇ ਆ ਗਰਮ ਕਰਨ ਤੋਂ ਬਾਅਦ ਉਹਦੀ BD ਵੀ ਚੈੱਕ ਕੀਤੀ ਜਾਂਦੀ ਹੈ ਫਿਰ ਉਸ ਤੇਲ ਨੂੰ ਦੁਬਾਰਾ ਆਇਲ ਸਰਕਟ ਬ੍ਰੇਕਰ ਦੇ ਵਿੱਚ ਪਾਇਆ ਜਾਂਦਾ ਹੈ ਅਦਰਵਾਈਜ਼ ਅਗਰ ਅਸੀਂ ਇਹਨਾਂ ਦੀ ਜ਼ਿਆਦਾ ਟ੍ਰਿਪਿੰਗਾਂ ਹੋਣ ਤੋਂ ਬਾਅਦ ਉਹ ਤੇਲ ਚੇਂਜ ਨਹੀਂ ਕਰਦੇ ਤਾਂ ਉਹਦੇ ਵਿੱਚ ਖਤਰਾ ਇਹ ਹੈ ਕਿ ਕਈ ਵਾਰ ਆਇਲ ਸਰਕਟ ਬ੍ਰੇਕਰ ਬਲਾਸਟ ਹੋ ਜਾਂਦੇ ਸੀ ਤੇ ਜਿਹੜਾ ਉਹਨੂੰ ਬ੍ਰੇਕਰ ਨੂੰ ਆਪਰੇਟ ਕਰ ਰਿਹਾ ਉਹਦੇ ਉੱਪਰ ਤੇਲ ਪੈ ਜਾਂਦਾ ਸੀ ਇਸ ਚੀਜ਼ ਨੂੰ ਖਤਮ ਕਰਨ ਵਾਸਤੇ ਆਇਲ ਨੂੰ ਬਾਹਰ ਕੱਢਣਾ ਪੈਂਦਾ ਸੀ ਉਹਨੂੰ ਡੀਹਾਈਡਰੇਟ ਕਰਕੇ ਉਹਨੂੰ ਗਰਮ ਕਰਕੇ ਫਿਰ ਉਹਦੀ BD ਵੀ ਬ੍ਰੇਕਡਾਊਨ ਵੋਲਟੇਜ ਚੈੱਕ ਕੀਤੀ ਜਾਂਦੀ ਸੀ ਜੀ ਫਿਰ ਉਹਨੂੰ ਦੁਬਾਰਾ ਬ੍ਰੇਕਰ ਦੇ ਵਿੱਚ ਪਾਇਆ ਜਾਂਦਾ ਸੀਗਾ ਤੇ ਜਿਹੜੇ ਬਲਕ ਆਇਲ ਸਰਕਟ ਬ੍ਰੇਕਰ ਨੇ ਜੀ ਉਹਨੂੰ ਅੱਗੇ ਫਿਰ ਅਸੀਂ ਕਲਾਸੀਫਾਈਡ ਕਰਤਾ ਪਲੇਨ ਬ੍ਰੇਕ ਆਇਲ ਸਰਕਟ ਬ੍ਰੇਕਰ ਹੈ ਜੀ ਤੇ ਇੱਕ ਹੈਗਾ ਆਰਕ ਕੰਟਰੋਲ ਆਇਲ ਸਰਕਟ ਬ੍ਰੇਕਰ ਪਲੇਨ ਆਇਲ ਜਿਹੜਾ ਸਰਕਟ ਬ੍ਰੇਕਰ ਸੀਗਾ ਨਾਰਮਲੀ 11 kV ਸਪਲਾਈ ਲਈ ਅਸੀਂ ਮੋਸਟਲੀ ਜਿਹੜੇ ਗ੍ਰਿਡ ਹੁੰਦੇ ਸੀ ਸਾਡੇ 66 kV ਦੇ ਉੱਥੇ ਯੂਜ਼ ਕੀਤਾ ਜਾਂਦਾ ਸੀਗਾ ਤੇ ਜਿਹੜੀ ਮੈਂ ਪਹਿਲਾਂ ਦੱਸ ਕੇ ਹਟਿਆ ਇਹਦਾ ਪੂਰੇ ਦਾ ਪੂਰਾ ਪੋਰਸ਼ਨ ਸੀਗਾ ਜਿਹੜਾ ਟ੍ਰਿਪਿੰਗ ਵਾਲਾ ਜਿੱਥੇ ਟ੍ਰਿਪਿੰਗ ਆਉਂਦੀ ਸੀ ਫਿਕਸ ਤੇ ਮੂਵੇਬਲ ਕੰਟੈਕਟ ਆਪਸ ਦੇ ਵਿੱਚੋਂ ਹਟਦੇ ਸੀ ਇੱਕ ਦੂਜੇ ਤੋਂ ਪਿੱਛੇ ਜਦੋਂ ਕਿਸੇ ਤਰ੍ਹਾਂ ਦਾ ਫਾਲਟ ਆਉਂਦਾ ਸੀ ਤਾਂ ਪੂਰੇ ਦਾ ਪੂਰਾ ਤੇਲ ਸੀ ਜਿਹੜਾ ਉਹ ਬਦਲਣਾ ਪੈਂਦਾ ਸੀਗਾ ਪੂਰੇ ਦਾ ਪੂਰਾ ਤੇਲ ਇਹਦੇ ਵਿੱਚ ਖਰਾਬ ਹੋ ਜਾਂਦਾ ਸੀਗਾ ਇਹ ਦੁਬਾਰਾ ਅਸੀਂ ਬਦਲਦੇ ਸੀਗੇ ਤੇ ਉਸ ਤੋਂ ਬਾਅਦ ਇੱਕ ਸੀਗਾ ਜੀ ਆਰਕ ਕੰਟਰੋਲ ਆਇਲ ਸਰਕਟ ਬ੍ਰੇਕਰ ਨੰਬਰ 2 ਆਰਕ ਕੰਟਰੋਲ ਆਇਲ ਸਰਕਟ ਦੇ ਬ੍ਰੇਕਰ ਨੂੰ ਅਸੀਂ ਅੱਗੇ ਫੇਰ ਫਰਦਰ
ਕਲਾਸੀਫਾਈਡ ਕਰ ਲਿਆ ਜੀ ਸੈਲਫ ਬਲਾਸਟ ਆਇਲ ਸਰਕਟ ਬ੍ਰੇਕਰ ਦੇ ਵਿੱਚ ਤੇ ਫੋਰਸਡ ਬਲਾਸਟ ਆਇਲ ਸਰਕਟ ਬ੍ਰੇਕਰ ਦੇ ਵਿੱਚ। ਜਿਹੜਾ ਸੈਲਫ ਬਲਾਸਟ ਆਇਲ ਸਰਕਟ ਸੀਗਾ ਜੀ ਉਹਦੇ ਵਿੱਚ ਅੱਗੇ ਫਿਗਰਾਈਜ਼ ਕੀਤਾ ਗਿਆ ਉਹਨੂੰ ਮੇਨ ਐਕਸਪਲੋਜਨ ਪੋਰਟ, ਕ੍ਰਾਸ ਐਕਸਪਲੋਜਨ ਪੋਰਟ ਤੇ ਸੈਲਫ ਕੰਪਨਸੇਟਡ ਪੋਲ ਐਕਸਪਲੋਜਨ ਪੋਰਟ, ਤੇ ਇੱਕ ਸੀਗਾ ਸਾਡਾ ਫੋਰਸਡ ਬਲਾਸਟ ਆਇਲ ਸਰਕਟ ਬ੍ਰੇਕਰ। ਤੇ ਇਹਨਾਂ ਦੇ ਵਿੱਚ ਫਰਕ ਇਹ ਸੀਗਾ ਜੀ ਸੈਲਫ ਆਇਲ ਸਰਕਟ ਬ੍ਰੇਕਰ ਦੇ ਵਿੱਚ ਜਿਹੜਾ ਆਇਲ ਸੀਗਾ ਉਹ ਐਸੇ ਤਰ੍ਹਾਂ ਹੀ ਨਾਰਮਲ ਪੋਜੀਸ਼ਨ ਜਿਵੇਂ ਪਹਿਲਾਂ ਗੱਲ ਕਰੀਏ ਪਲੈਨ ਆਇਲ ਸਰਕਟ ਬ੍ਰੇਕਰ ਦੇ ਵਿੱਚ ਉਸੇ ਪੋਜੀਸ਼ਨ ਦੇ ਵਿੱਚ ਵਰਕਿਆ ਜਾਂਦਾ ਸੀਗਾ, ਨਾਰਮਲ ਤੇਲ ਹੁੰਦਾ ਸੀਗਾ, ਉਸੇ ਤਰ੍ਹਾਂ ਮੂਵਿੰਗ ਕੰਟੈਕਟ ਹੁੰਦੇ ਸੀਗੇ। ਤੇ ਜਿਹੜਾ ਫੋਰਸਡ ਬਲਾਸਟ ਆਇਲ ਸਰਕਟ ਬ੍ਰੇਕਰ ਸੀ ਇਹਦੇ ਵਿੱਚ ਜਿਹੜਾ ਤੇਲ ਸੀਗਾ ਉਹ ਕਿਸੇ ਫੋਰਸ ਦੇ ਨਾਲ, ਕਿਸੇ ਪਿਸਟਨ ਅਰੇਂਜਮੈਂਟ ਦੇ ਨਾਲ ਨਾ ਉਹਦੇ ਵਿੱਚ ਇੱਕ ਸਿਲੰਡਰ ਲੱਗਿਆ ਹੁੰਦਾ ਸੀਗਾ, ਪਿਸਟਨ ਸਿਲੰਡਰ, ਉਹਦੇ ਨਾਲ ਫੋਰਸ ਕੀਤਾ ਜਾਂਦਾ ਸੀਗਾ ਆਰਕ ਦੇ ਉੱਤੇ। ਜਦੋਂ ਵੀ ਕੰਟੈਕਟ ਟੁੱਟਦਾ ਸੀਗਾ, ਮੂਵੇਬਲ ਕੰਟੈਕਟ ਫਿਕਸ ਕੰਟੈਕਟ ਨਾਲੋਂ ਘੱਟ ਟੁੱਟਦਾ ਸੀਗਾ ਤਾਂ ਉਹ ਜਿਹੜਾ ਪਿਸਟਨ ਸਿਲੰਡਰ ਸੀਗਾ, ਪਿਸਟਨ ਦੇ ਨਾਲ ਉਹ ਆਇਲ ਨੂੰ ਪ੍ਰੈਸ਼ਰਾਈਜ਼ ਕੀਤਾ ਜਾਂਦਾ ਸੀਗਾ, ਤੇਲ ਨੂੰ ਸੁੱਟਿਆ ਜਾਂਦਾ ਸੀਗਾ ਉਹ ਆਰਕ ਦੇ ਉੱਤੇ, ਆਰਕ ਨੂੰ ਕੁਇੰਚ ਕਰਨ ਵਾਸਤੇ। ਇਸ ਕਰਕੇ ਇਹਦੇ ਵਿੱਚ ਜਿਹੜੀ ਮੋਸਟਲੀ ਪ੍ਰੋਬਲਮ ਆਉਂਦੀ ਸੀਗੀ ਬਲਕ ਆਇਲ ਸਰਕਟ ਬ੍ਰੇਕਰ ਦੇ ਵਿੱਚ ਉਹ ਇਹ ਆਉਂਦੀ ਸੀਗੀ ਕਿ ਜਿਹੜਾ ਤੇਲ ਵਰਤਿਆ ਜਾਂਦਾ ਸੀਗਾ ਉਹਦੇ ਵਿੱਚ ਸਿਰਫ ਆਰਕ ਨੂੰ ਖਤਮ ਕਰਨ ਵਾਸਤੇ 10% ਤੇਲ ਦੀ ਹੀ ਵਰਤੋਂ ਕੀਤੀ ਜਾਂਦੀ ਸੀ, ਬਾਕੀ ਤੇਲ ਹੈ ਜਿਹੜਾ ਸਾਡਾ ਐਜ ਏ ਇਨਸੂਲੇਸ਼ਨ ਚਲਿਆ ਜਾਂਦਾ ਸੀਗਾ। ਤਾਂ ਜਦੋਂ ਵੀ ਤੇਲ ਨੂੰ ਬਦਲਣ ਦੀ ਗੱਲ ਆਉਂਦੀ ਸੀਗੀ, ਤੇਲ ਕਈ ਟ੍ਰਿਪਿੰਗਾਂ ਤੋਂ ਬਾਅਦ ਬਦਲਣਾ ਪੈਂਦਾ ਸੀ ਤਾਂ ਸਾਰੇ ਦਾ ਸਾਰਾ ਤੇਲ ਬਦਲਣਾ ਪੈਂਦਾ ਸੀਗਾ ਤੇ ਇੱਥੇ ਇੱਕ ਵੱਡੀ ਪ੍ਰੋਬਲਮ ਕ੍ਰੀਏਟ ਹੁੰਦੀ ਸੀ। ਤਾਂ ਇਸ ਚੀਜ਼ ਨੂੰ ਖਤਮ ਕਰਨ ਵਾਸਤੇ ਫਿਰ ਮਿਨੀਮਮ ਆਇਲ ਸਰਕਟ ਬ੍ਰੇਕਰ ਦੀ ਵਰਤੋਂ ਕੀਤੀ ਜਾਣ ਲੱਗੀ, MOCB। MOCB ਦੇ ਵਿੱਚ ਬਲਕ ਆਇਲ ਸਰਕਟ ਬ੍ਰੇਕਰ ਦਾ ਤੁਸੀਂ ਪੋਰਸ਼ਨ ਦੇਖ ਸਕਦੇ ਹੋ ਜੀ। ਉਸ ਤੋਂ ਬਾਅਦ ਜਿਹੜਾ ਸਰਕਟ ਬ੍ਰੇਕਰ ਵਰਤਿਆ ਜਾਣ ਲੱਗਿਆ ਜੀ ਉਹ ਹੈਗਾ ਮਿਨੀਮਮ ਆਇਲ ਸਰਕਟ ਬ੍ਰੇਕਰ। ਮਿਨੀਮਮ ਆਇਲ ਸਰਕਟ ਬ੍ਰੇਕਰ ਦੇ ਵਿੱਚ ਜਿਹੜਾ ਤੇਲ ਵਰਤਿਆ ਜਾਂਦਾ ਸੀਗਾ ਜੀ ਉਹ ਜਿੱਥੇ ਸਾਡੇ ਫਿਕਸ ਤੇ ਮੂਵੇਬਲ ਕੰਟੈਕਟ ਸੀਗੇ ਉੱਥੇ ਉਸ ਪੋਰਸ਼ਨ ਦੇ ਲਈ ਉਸ ਚੈਂਬਰ ਨੂੰ ਅਲੱਗ ਤੋਂ ਤੇਲ ਪਾਇਆ ਜਾਂਦਾ ਸੀਗਾ। 3 ਪੋਰਸ਼ਨਾਂ ਦੇ ਵਿੱਚ ਚੈਂਬਰ ਨੂੰ ਡਿਵਾਈਡ ਕੀਤਾ ਜਾਂਦਾ ਸੀਗਾ। ਆ ਤੁਸੀਂ ਦੇਖ ਸਕਦੇ ਹੋ ਇਮੇਜ ਦੇ ਵਿੱਚ 3 ਹਿੱਸਿਆਂ ਦੇ ਵਿੱਚ ਚੈਂਬਰ, 3 ਚੈਂਬਰ ਬਣੇ ਹੋਏ ਨੇ ਜੀ, ਜਿਹਦੇ ਵਿੱਚ ਉੱਪਰਲੇ ਚੈਂਬਰ ਦੇ ਵਿੱਚ ਅਲੱਗ ਤੋਂ ਤੇਲ ਹੈ, ਇੱਕ ਵਿਚਕਾਰਲਾ ਚੈਂਬਰ ਬਣਿਆ ਹੋਇਆ ਜਿੱਥੇ ਸਾਡੇ ਮੂਵੇਬਲ ਤੇ ਫਿਕਸ ਕੰਟੈਕਟ ਨੇ, ਤੇ ਇੱਕ ਹੇਠਲਾ ਚੈਂਬਰ ਹੈ ਸਪਲਾਈ ਚੈਂਬਰ ਵੀ ਸਪੋਰਟਿੰਗ ਚੈਂਬਰ ਬੋਲਦੇ ਆ ਜਿਹਨੂੰ। ਤੇ ਇਹ ਤਿੰਨਾਂ ਚੈਂਬਰਾਂ ਦੇ ਵਿੱਚ ਤੇਲ ਪਾਇਆ ਜਾਂਦਾ ਸੀ ਤੇ ਇਹਦੇ ਵਿੱਚ ਜਦੋਂ ਵੀ ਕਿਸੇ ਵੀ ਤਰ੍ਹਾਂ ਦੀ ਸਪਾਰਕਿੰਗ ਨਾਲ ਪ੍ਰੋਡਿਊਸ ਹੁੰਦੀ ਸੀ ਤਾਂ ਉਸ ਵਿਚਕਾਰਲਾ ਪੋਰਸ਼ਨ ਦੇ ਵਿੱਚ ਚੈਂਬਰ ਜਿੱਥੇ ਸਾਡੇ ਫਿਕਸ ਤੇ ਮੂਵੇਬਲ ਕੰਟੈਕਟ ਹੁੰਦੇ ਸੀ ਉਹੀ ਤੇਲ ਨੂੰ ਬਦਲਣ ਦੀ ਜ਼ਰੂਰਤ ਪੈਂਦੀ ਸੀ। ਸਾਰਾ ਤੇਲ ਨਹੀਂ ਸੀ ਬਦਲਿਆ ਜਾਂਦਾ, ਸਾਰਾ ਤੇਲ ਖਰਾਬ ਨਹੀਂ ਸੀ ਹੁੰਦਾ, ਸਿਰਫ ਉਹੀ ਪੋਰਸ਼ਨ ਦਾ ਜਿਹੜਾ ਵਿਚਕਾਰਲਾ ਪੋਰਸ਼ਨ ਹੈ ਜਿੱਥੇ ਸਾਡੇ ਕੰਟੈਕਟ ਨੇ ਮੂਵੇਬਲ ਤੇ ਫਿਕਸ ਕੰਟੈਕਟ ਨੇ ਉਹ ਟੁੱਟਦੇ ਤੇ ਜੁੜਦੇ ਨੇ, ਉਸੇ ਪੋਰਸ਼ਨ ਦੇ ਤੇਲ ਨੂੰ ਹੀ ਬਦਲਿਆ ਜਾਂਦਾ ਸੀ। ਸਿਰਫ ਉਨਾ ਕੁ ਤੇਲ ਅਸੀਂ, ਇੱਥੇ ਤੇਲ ਦੀ ਬਚਤ ਹੁੰਦੀ ਸੀ ਜੀ। ਤੇ ਇਹ ਪ੍ਰੋਬਲਮ ਇਹ ਸੀਗਾ ਜਦੋਂ ਵੀ ਕਿਸੇ ਤਰ੍ਹਾਂ ਦੀ ਕੋਈ ਇੰਟਰਪਸ਼ਨ ਆਉਂਦੀ ਸੀਗਾ ਤਾਂ ਤੇਲ ਉੱਪਰ ਪੈਣ ਦਾ ਖਤਰਾ ਵੀ ਘੱਟ ਸੀਗਾ। ਇਸ ਤੋਂ ਬਾਅਦ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਵਾਸਤੇ ਆਇਲ ਸਰਕਟ ਬ੍ਰੇਕਰ ਕਿਉਂਕਿ ਬੜਾ ਖਤਰਨਾਕ ਸਾਬਿਤ ਹੋਇਆ, ਕਈ ਜਗ੍ਹਾ ਤੇਲ ਉੱਪਰ ਪੈ ਗਿਆ, ਤਾਂ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਲਈ ਇਸ ਦੀ ਥਾਂ ਫਿਰ 에ਅਰ ਬਲਾਸਟ ਸਰਕਟ ਬ੍ਰੇਕਰ ਨੇ ਲੈ ਲਈ। 에ਅਰ ਬਲਾਸਟ ਸਰਕਟ ਬ੍ਰੇਕਰ ਮੋਸਟਲੀ ਜਿਹੜੇ ਸੀਗੇ ਉਹ ਹਾਈ ਵੋਲਟੇਜ ਲਾਈਨਾਂ ਲਈ ਵਰਤੇ ਜਾਣ ਲੱਗੇ। 에ਅਰ ਬਲਾਸਟ ਸਰਕਟ ਬ੍ਰੇਕਰ ਫੰਕਸ਼ਨ ਸੇਮ ਸੀਗਾ ਜੀ ਦੋਨਾਂ, ਕਿਉਂਕਿ ਹਰ ਇੱਕ ਸਰਕਟ ਬ੍ਰੇਕਰ ਦਾ ਫੰਕਸ਼ਨ ਹੈ ਸੇਮ ਹੈ, ਇੱਕ ਮੂਵੇਬਲ ਕੰਟੈਕਟ ਹੈ, ਇੱਕ ਫਿਕਸ ਕੰਟੈਕਟ ਹੈ। ਤੇ ਜਦੋਂ ਵੀ ਕਿਸੇ ਵੀ ਤਰ੍ਹਾਂ ਦੀ ਅਬਨੋਰਮਲ ਕੰਡੀਸ਼ਨ ਫਾਲਟ ਪ੍ਰੋਡਿਊਸ ਹੁੰਦਾ ਹੈ ਤਾਂ ਜਿਹੜਾ ਸਾਡਾ ਮੂਵੇਬਲ ਕੰਟੈਕਟ ਹੈ ਉਹ ਫਿਕਸ ਕੰਟੈਕਟ ਦੇ ਨਾਲੋਂ ਪਿੱਛੇ ਹਟ ਜਾਂਦਾ ਹੈ ਤੇ ਸਰਕਟ ਨੂੰ ਟ੍ਰਿਪ ਕਰਾ ਦਿੰਦਾ ਹੈ, ਬ੍ਰੇਕਰ ਨੂੰ ਟ੍ਰਿਪ ਕਰਾ ਦਿੰਦਾ ਹੈ ਤੇ ਸਾਡਾ ਜਿਹੜਾ ਇਕਵਿਪਮੈਂਟ ਹੈ, ਸਿਸਟਮ ਹੈ ਸਾਡਾ, ਚਾਹੇ ਉਹ ਟਰਾਂਸਫਾਰਮਰ ਹੈ ਚਾਹੇ ਕਿਸੇ ਵੀ ਤਰ੍ਹਾਂ ਦਾ ਕੋਈ ਹੋਰ ਇਕਵਿਪਮੈਂਟ ਲੱਗਿਆ ਹੋਇਆ, ਕੀਮਤੀ ਯੰਤਰ ਲੱਗਿਆ ਹੋਇਆ, ਉਹਨੂੰ ਸੇਫ ਕਰ ਦਿੰਦਾ ਹੈ। ਤੇ ਮੇਨ ਫੰਕਸ਼ਨ ਇਹੀ ਹੈ ਕਿਸੇ ਵੀ ਸਰਕਟ ਬ੍ਰੇਕਰ ਦਾ। ਤੇ 에ਅਰ ਸਰਕਟ ਬ੍ਰੇਕਰ ਦੀ ਜਦੋਂ ਗੱਲ ਕਰਦੇ ਆ ਤਾਂ ਇਹਨੂੰ ਅੱਗੇ ਫਰਦਰ ਕਲਾਸੀਫਾਈਡ ਕੀਤਾ ਗਿਆ ਹੈ। ਪਹਿਲਾਂ ਥੋੜੀ ਜੀ ਇਹਦੇ ਵਿੱਚ ਗੱਲ ਕਰ ਲੈਂਦੇ ਆ। 에ਅਰ ਸਰਕਟ ਬ੍ਰੇਕਰ ਦੀ ਇਮੇਜ ਦੇਖ ਰਹੇ ਹੋ ਜੀ, ਇਹਦੇ ਵਿੱਚ ਇੱਕ 에ਅਰ ਰਿਜ਼ਰਵੀਅਰ ਲੱਗਿਆ ਹੋਇਆ ਜੀ ਵਿਚਕਾਰ ਹੇਠਲੇ ਪੋਰਸ਼ਨ ਦੇ ਵਿੱਚ, ਜਿੱਥੇ 에ਅਰ ਕਾਫੀ ਮਤਲਬ ਪ੍ਰੈਸ਼ਰਾਈਜ਼ 에ਅਰ ਭਰੀ ਹੁੰਦੀ ਹੈ
ਉਸ ਤੋਂ ਬਾਅਦ 3 ਲਿੰਬ ਬਣੇ ਹੋਏ ਨੇ ਜੀ, ਆਪਰੇਟਿੰਗ ਰੋਡ ਨੇ, ਉੱਪਰਲੇ ਪਾਸੇ ਰਜਿਸਟਿੰਗ ਸਵਿਚਿੰਗ ਯੂਨਿਟ ਲੱਗੀ ਹੋਈ ਹੈ ਤੇ ਇੱਥੇ ਕਨੈਕਸ਼ਨ ਫॉर ਕਰੰਟ ਲੱਗੇ ਹੋਏ ਨੇ ਤੇ ਇਹ ਆਰਕਿੰਗ ਹਾਰਨ ਲੱਗੇ ਗਏ ਨੇ ਜੀ ਉੱਪਰਲੀ ਪੋਰਸ਼ਨ ਦੇ ਵਿੱਚ। ਤੇ ਫੰਕਸ਼ਨ ਇਹਨਾਂ ਦਾ ਵੀ ਸੇਮ ਹੈ, ਜਦੋਂ ਵੀ ਕਿਸੇ ਵੀ ਫਾਲਟ ਪੋਜੀਸ਼ਨ ਦੇ ਵਿੱਚ ਇੱਥੋਂ ਉੱਪਰਲੇ ਜਿਹੜਾ ਪੋਰਸ਼ਨ ਹੈ ਆਰਕਿੰਗ ਹਾਰਨ ਇੱਥੋਂ ਕੰਟੈਕਟ ਸੀ ਇੱਕ ਦੂਜੇ ਨਾਲੋਂ ਟੁੱਟਦੇ ਸੀ। ਦੇਖੋ ਜੀ ਇਹ 3 ਨੇ ਉੱਪਰਲੇ ਇੱਕ ਦੂਜੇ ਨਾਲ ਜਦੋਂ ਬ੍ਰੇਕ ਕਰਦੇ ਸੀ ਤਾਂ ਆਰਕ ਪ੍ਰੋਡਿਊਸ ਹੁੰਦੀ ਸੀ, ਤਾਂ ਆਰਕ ਨੂੰ ਜਦੋਂ ਹੀ ਇਹ ਬ੍ਰੇਕ ਟੁੱਟਦੇ ਸੀ ਤਾਂ ਨਾਲ ਦੀ ਨਾਲ ਹੀ ਪ੍ਰੈਸ਼ਰਾਈਜ਼ਡ 에ਅਰ ਸੀ ਜਿਹੜੀ 에ਅਰ ਰਿਜ਼ਰਵੀਅਰ ਤੋਂ ਉਸ ਆਰਕ ਨੂੰ ਖਤਮ ਕਰਨ ਲਈ, ਆਰਕ ਨੂੰ ਬਿਲਕੁਲ ਕੁਇੰਚ ਕਰਨ ਲਈ ਉਹਨਾਂ ਦੇ ਉੱਪਰ ਸੁੱਟੀ ਜਾਂਦੀ ਸੀ ਬਿਲਕੁਲ ਪ੍ਰੈਸ਼ਰਾਈਜ਼ ਕਰਕੇ, ਤਾਂ ਕਿ ਉਹ ਆਰਕ ਖਤਮ ਹੋ ਸਕੇ। ਤੇ ਇਸ ਚੀਜ਼ ਨੂੰ ਅੱਗੇ ਅਸੀਂ ਇਹਨੂੰ 2 ਕੈਟਾਗਰੀਜ਼ ਦੇ ਵਿੱਚ ਇਹਨਾਂ ਨੇ ਵੰਡਿਆ ਗਿਆ, 2 ਕੈਟਾਗਰੀਆਂ ਨੇ। ਇੱਕ ਹੈਗਾ ਜੀ ਐਕਸੀਅਲ ਬਲਾਸਟ ਟਾਈਪ। ਐਕਸੀਅਲ ਬਲਾਸਟ ਟਾਈਪ ਦੇ ਵਿੱਚ ਕੀ ਸੀਗਾ, ਇੱਕ ਮੰਨ ਲਓ ਇੱਕ ਫਿਕਸ ਕੰਟੈਕਟ ਹੈ, ਇੱਕ ਸਾਈਡ ਤੇ ਮੂਵਿੰਗ ਕੰਟੈਕਟ ਹੈ। ਜਦੋਂ ਵੀ ਫਾਲਟ ਪੋਜੀਸ਼ਨ ਦੇ ਵਿੱਚ ਮੂਵਿੰਗ ਕੰਟੈਕਟ ਨੇ ਫਿਕਸ ਕੰਟੈਕਟ ਦੇ ਨਾਲੋਂ ਪਿੱਛੇ ਹਟਣਾ ਹੈ, ਟੁੱਟਣਾ ਹੈ ਉਹਦੇ ਨਾਲੋਂ, ਤਾਂ ਆਰਕ ਪ੍ਰੋਡਿਊਸ ਹੋਣੀ ਹੈ। ਤਾਂ ਇਸ ਆਰਕ ਨੂੰ ਖਤਮ ਕਰਨ ਵਾਸਤੇ ਇੱਕ ਸਾਈਡ ਤੋਂ ਹਵਾ ਬਲਾਸਟ ਕੀਤੀ ਜਾਂਦੀ ਸੀ, 에ਅਰ ਬਲਾਸਟ ਕੀਤੀ ਜਾਂਦੀ ਸੀਗੀ ਪੂਰੇ ਪ੍ਰੈਸ਼ਰ ਦੇ ਨਾਲ ਉਸ ਆਰਕ ਨੂੰ ਖਤਮ ਕਰਨ ਵਾਸਤੇ। ਤੇ ਉਹ ਆਰਕ ਦਾ ਲੈਂਥ ਨੂੰ ਇੰਨਾ ਵਧਾ ਦਿੱਤਾ ਜਾਂਦਾ ਸੀ ਤਾਂ ਕਿ ਉਹਦੀ ਰੈਜ਼ਿਸਟੈਂਸ ਵੱਧ ਸਕੇ ਤੇ ਆਰਕ ਹੈ ਸਾਡੀ ਜਿਹੜੀ ਚੈਂਬਰ ਦੇ ਵਿੱਚ ਜਾ ਕੇ ਜਾਂ ਬਾਹਰਲੇ ਪੋਰਸ਼ਨ ਦੇ ਵਿੱਚ ਜਾ ਕੇ ਉਹ ਆਰਕ ਖਤਮ ਹੋ ਸਕੇ, ਆਰਕ ਕੁਇੰਚ ਹੋ ਸਕੇ। ਇਹ ਸੀਗਾ ਸਾਡਾ ਐਕਸੀਅਲ ਬਲਾਸਟ ਟਾਈਪ। ਉਸ ਤੋਂ ਬਾਅਦ ਆ ਗਿਆ ਜੀ ਆ ਤੁਸੀਂ ਐਕਸੀਅਲ ਬਲਾਸਟ ਦੇ ਵਿੱਚ ਦੇਖ ਸਕਦੇ ਹੋ, ਇਧਰ ਸਾਈਡ ਫਿਕਸ ਕੰਟੈਕਟ ਹੈ, ਇਧਰਲੀ ਸਾਈਡ ਤੇ ਮੂਵਿੰਗ ਕੰਟੈਕਟ ਹੈ ਤੇ ਹੇਠਲੇ ਪਾਸੇ 에ਅਰ ਰਿਜ਼ਰਵੀਅਰ ਹੈ। ਤੇ ਜਦੋਂ ਵੀ ਸਾਡਾ ਫਾਲਟ ਪੈਂਦਾ ਸੀ ਤਾਂ ਇਹ ਫਿਕਸ ਕੰਟੈਕਟ ਨਾਲੋਂ ਮੂਵਿੰਗ ਕੰਟੈਕਟ ਪਿੱਛੇ ਹਟ ਜਾਂਦਾ ਸੀ ਤੇ ਆਰਕ ਪ੍ਰੋਡਿਊਸ ਹੁੰਦੀ ਸੀ। ਆ ਤੁਸੀਂ ਪਿਸਟਨ ਦੇਖ ਸਕਦੇ ਹੋ ਇਹਦੇ ਨਾਲ ਲੱਗਿਆ ਹੋਇਆ, ਤੇ ਉਸ ਪੋਜੀਸ਼ਨ ਦੇ ਵਿੱਚ ਜਿਹੜਾ 에ਅਰ ਵਾਲਵ ਸੀਗਾ ਆਪਣੇ ਆਪ ਓਪਨ ਹੋ ਜਾਂਦਾ ਸੀਗਾ ਤੇ ਜਿਹੜੀ ਪ੍ਰੈਸ਼ਰਾਈਜ਼ਡ 에ਅਰ ਸੀਗੀ ਉਹ ਇਸ ਆਰਕ ਦੇ ਉੱਤੇ ਪ੍ਰੈਸ਼ਰਾਈਜ਼ ਪੂਰੇ ਪ੍ਰੈਸ਼ਰ ਦੇ ਨਾਲ ਸਿੱਟੀ ਜਾਂਦੀ ਸੀ ਤੇ ਆਰਕ ਦੀ ਜਿਹੜੀ ਲੈਂਥ ਸੀ ਉਹਦੇ ਨਾਲ ਆਰਕ ਦੀ ਲੈਂਥ ਕਾਫੀ ਵੱਧ ਜਾਂਦੀ ਸੀ। ਆਰਕ ਦੀ ਲੈਂਥ ਵਧਣ ਦੇ ਨਾਲ ਆਰਕ ਦਾ ਜਿਹੜਾ ਰੈਜ਼ਿਸਟੈਂਸ ਸੀ ਉਹ ਵੀ ਵੱਧ ਜਾਂਦੀ ਸੀ, ਡਾਇਆਮੀਟਰ ਆਰਕ ਦਾ ਘਟ ਜਾਂਦਾ ਸੀ ਜਿਹਦੇ ਨਾਲ ਆਰਕ ਖਤਮ ਹੋ ਜਾਂਦੀ ਸੀ, ਕੁਇੰਚ ਹੋ ਜਾਂਦੀ ਸੀਗੀ। ਇਹ ਸੀ ਸਾਡਾ ਐਕਸੀਅਲ ਬਲਾਸਟ। ਉਸ ਤੋਂ ਬਾਅਦ ਸੀਗਾ ਕ੍ਰੋਸਡ ਬਲਾਸਟ 에ਅਰ ਸਰਕਟ ਬ੍ਰੇਕਰ। ਕ੍ਰੋਸਡ ਬਲਾਸਟ 에ਅਰ ਸਰਕਟ ਦੇ ਵਿੱਚ ਕੀ ਹੁੰਦਾ, 2 ਪੋਰਸ਼ਨ ਨੇ ਜੀ, ਇੱਕ ਫਿਕਸਡ ਕੰਟੈਕਟ ਹੈ, ਇੱਕ ਮੂਵਿੰਗ ਕੰਟੈਕਟ ਹੈ। ਜਦੋਂ ਮੂਵਿੰਗ ਕੰਟੈਕਟ ਫਾਲਟ ਪੋਜੀਸ਼ਨ ਦੇ ਵਿੱਚ ਫਿਕਸ ਕੰਟੈਕਟ ਦੇ ਨਾਲੋਂ ਟੁੱਟ ਰਿਹਾ ਹੈ, ਪਿੱਛੇ ਹਟ ਰਿਹਾ ਹੈ, ਤਾਂ ਆਰਕ ਪ੍ਰੋਡਿਊਸ ਹੋਣੀ ਨੈਚੁਰਲੀ ਹੈ। ਤਾਂ ਉਸ ਆਰਕ ਨੂੰ ਕੁਇੰਚ ਕਰਨ ਦਾ ਸੋਰਸ ਹਵਾ ਸੁੱਟਣ ਦਾ ਤਰੀਕਾ ਸੀਗਾ ਉਹ ਬਿਲਕੁਲ ਨੀਚੇ ਤੋਂ ਹੇਠੋਂ ਕ੍ਰੋਸਡ 에ਅਰ ਸੁੱਟੀ ਜਾਂਦੀ ਸੀ ਤੇ ਇਸ 에ਅਰ ਦੇ ਨਾਲ ਜਿਹੜੀ ਆਰਕ ਸੀ ਤੁਸੀਂ ਦੇਖ ਸਕਦੇ ਹੋ, ਇਹਨੂੰ ਸੈਕੰਡ ਇਮੇਜ ਹੈ ਜਿਹੜੀ ਕ੍ਰੋਸਡ 에ਅਰ ਬਲਾਸਟ ਸਰਕਟ ਬ੍ਰੇਕਰ। ਹੇਠਾਂ ਤੋਂ 에ਅਰ ਪ੍ਰੈਸ਼ਰਾਈਜ਼ ਕੀਤੀ ਜਾਂਦੀ ਸੀਗੀ ਜਿਹਦੇ ਨਾਲ ਸਾਡੀ ਆਰਕ ਸੀਗੀ ਉਹ ਉਹਦਾ ਲੈਂਥ ਸੀ ਉਹਦੀ ਵੱਧ ਜਾਂਦੀ ਸੀ, ਰੈਜ਼ਿਸਟੈਂਸ ਵੱਧ ਜਾਂਦੀ ਸੀ ਤੇ ਉੱਪਰਲੇ ਪੋਰਸ਼ਨ ਤੇ ਸਾਡਾ ਇਹ ਆਰਕ ਸਪਲਿਟਰ ਲੱਗੇ ਹੁੰਦੇ ਸੀਗੇ ਜਿਹੜੇ ਆਰਕ ਨੂੰ ਖਤਮ ਕਰ ਦਿੰਦੇ ਸੀਗੇ, ਆਰਕ ਨੂੰ ਕੁਇੰਚ ਕਰ ਦਿੰਦੇ ਸੀ। ਇਹ ਸੀਗਾ ਸਾਡਾ 에ਅਰ ਬਲਾਸਟ ਸਰਕਟ ਬ੍ਰੇਕਰ ਜਿਹਦੇ ਵਿੱਚ 2 ਤਰੀਕਿਆਂ ਨਾਲ ਅਸੀਂ ਆਰਕ ਨੂੰ ਕੁਇੰਚ ਕੀਤਾ, ਐਕਸੀਅਲ ਬਲਾਸਟ ਟਾਈਪ ਤੇ ਕ੍ਰੋਸਡ ਬਲਾਸਟ। ਤਰੀਕਾ ਸਰਕਟ ਬ੍ਰੇਕਰ ਸੇਮ ਨੇ ਜੀ ਸਾਰੇ ਸਰਕਟ ਬ੍ਰੇਕਰਾਂ ਦੇ ਵਿੱਚ ਕੋਈ ਫਰਕ ਨਹੀਂ, ਇੱਕ ਮੂਵਿੰਗ ਕੰਟੈਕਟ ਹੈ, ਇੱਕ ਫਿਕਸ ਕੰਟੈਕਟ ਲੱਗਿਆ ਹੋਇਆ ਹਰ ਇੱਕ ਸਰਕਟ ਬ੍ਰੇਕਰ ਦੇ ਵਿੱਚ। ਪਰ ਆਰਕ ਜਿਹੜੀ ਪ੍ਰੋਡਿਊਸ ਹੁੰਦੀ ਹੈ, ਆਰਕ ਨੂੰ ਕੁਇੰਚ ਕਰਨ ਦਾ ਜਿਹੜਾ ਮੀਡੀਅਮ ਹੈ, ਆਰਕ ਕਿਸ ਤਰ੍ਹਾਂ ਖਤਮ ਕਰਨੀ ਹੈ, ਸੋਰਸ ਕੀ ਹੈ ਆਰਕ ਨੂੰ ਖਤਮ ਕਰਨ ਦਾ, ਉਹ ਹਰ ਇੱਕ ਦਾ ਵੱਖਰਾ ਹੈ। ਕਿਸੇ ਦਾ 에ਅਰ ਹੈ, ਕਿਸੇ ਦਾ ਵੈਕਿਊਮ ਹੈ ਜੀ, ਕਿਸੇ ਦਾ ਆਇਲ ਹੈ। ਤੇ ਸਾਨੂੰ ਜਿਹੜਾ ਮੋਸਟਲੀ ਯੂਜ਼ ਕਰਦੇ ਆ ਅਸੀਂ ਸੇਫ ਨੇ ਜਿਹੜੇ ਉਹ ਵੈਕਿਊਮ ਸਰਕਟ ਬ੍ਰੇਕਰ ਲੋ ਵੋਲਟੇਜ ਲਾਈਨਾਂ ਲਈ 11 kV ਲਈ, 에ਅਰ ਬਲਾਸਟ ਸਰਕਟ ਬ੍ਰੇਕਰ ਤੇ SF6 ਸਰਕਟ ਬ੍ਰੇਕਰ HT ਲਈ ਲਗਾਏ ਜਾਂਦੇ ਨੇ। ਆਇਲ ਸਰਕਟ ਬ੍ਰੇਕਰ ਮੋਸਟਲੀ ਹੁਣ ਨਹੀਂ ਵਰਤੇ ਜਾਂਦੇ। ਤਾਂ ਜਿਹੜਾ ਸਾਡਾ ਲਾਸਟ ਸਰਕਟ ਬ੍ਰੇਕਰ ਹੈ ਜੀ ਉਹ ਹੈਗਾ SF6 ਸਰਕਟ ਬ੍ਰੇਕਰ। SF6 ਸਰਕਟ ਬ੍ਰੇਕਰ ਤੋਂ ਭਲੀ ਭਾਂਤੀ ਤੁਸੀਂ ਸੁਣਿਆ ਹੋਏਗਾ ਨਾ ਮੋਸਟਲੀ। ਇਹਦਾ ਫੁੱਲ ਫਾਰਮ ਹੈ ਜਿਹੜੀ ਉਹ ਹੈਗੀ ਜੀ ਸਲਫਰ ਹੈਕਸਾ ਫਲੋਰਾਈਡ ਗੈਸ। ਸਲਫਰ ਫਲੋਰਾਈਡ ਗੈਸ ਹੈਕਸਾ 6 ਨੂੰ ਹੈਕਸਾ ਬੋਲਿਆ ਜਾਂਦਾ ਜੀ। ਤੇ ਸਲਫਰ ਫਲੋਰਾਈਡ ਗੈਸ ਹੈ ਜਿਹੜੀ ਬੜੀ ਕੂਲ ਬਹੁਤ ਠੰਡੀ ਗੈਸ ਹੈ ਜੀ ਜਿਹੜੀ ਆਰਕ ਕੁਇੰਚ ਕਰਨ ਦੇ ਲਈ ਵਰਤੀ ਜਾਂਦੀ ਹੈ। ਸਲਫਰ ਹੈਕਸਾ ਫਲੋਰਾਈਡ ਗੈਸ
ਸਲਫਰ SF6 ਸਰਕਟ ਬ੍ਰੇਕਰ ਦੇ ਵਿੱਚ ਮੋਸਟਲੀ ਹਾਈ ਵੋਲਟੇਜ ਲਾਈਨਾਂ ਦੇ ਵਿੱਚ 66 kV ਹੋ ਗਿਆ ਜੀ, 132 kV 220 kV ਲਾਈਨਾਂ ਦੇ ਉੱਤੇ SF6 ਸਰਕਟ ਬ੍ਰੇਕਰਾਂ ਦੀ ਵਰਤੋਂ ਕੀਤੀ ਜਾਂਦੀ ਹੈ ਜੀ। ਤੁਸੀਂ ਇਹਦੀ ਇਮੇਜ ਦੇਖ ਸਕਦੇ ਹੋ ਜੀ, ਉੱਪਰ 3 ਲਿੰਬ ਨੇ, ਹੇਠਾਂ ਇਹਦਾ ਮਕੈਨਿਜ਼ਮ ਹੈ, ਇਹਨੂੰ ਆਟੋ ਤੇ ਮੈਨੂਅਲੀ ਦੋਨਾਂ ਪੋਜੀਸ਼ਨਾਂ ਦੇ ਵਿੱਚ ਆਪਰੇਟ ਕੀਤਾ ਜਾ ਸਕਦਾ ਹੈ। ਇਹਦੀ ਇਮੇਜ ਦੇਖ ਸਕਦੇ ਹੋ। ਪੋਰਸ਼ਨਸ ਇਹਦੀ ਕੰਸਟਰਕਸ਼ਨ ਲਗਭਗ ਸੇਮ ਹੁੰਦੀ ਹੈ ਜੀ, ਉਸੇ ਤਰ੍ਹਾਂ ਇੱਕ ਫਿਕਸ ਕੰਟੈਕਟ ਹੈ, ਇੱਕ ਮੂਵਿੰਗ ਕੰਟੈਕਟ ਹੈ, ਤੇ ਇੱਕ ਪੋਰਸ਼ਨ ਤੋਂ, ਇੱਕ ਚੈਂਬਰ ਤੋਂ SF6 ਗੈਸ ਹੈ, ਪ੍ਰੈਸ਼ਰਾਈਜ਼ਡ ਗੈਸ ਹੈ, ਉਹ ਜਦੋਂ ਵੀ ਸਾਡਾ ਸਰਕਟ ਬ੍ਰੇਕਰ ਟ੍ਰਿਪ ਕਰਦਾ ਹੈ ਸਰਕਟ ਨੂੰ ਕਿਸੇ ਵੀ ਫਾਲਟ ਕਾਰਨ, ਤਾਂ ਉਹ ਰੋਡ ਜਿਹੜਾ ਸਾਡਾ ਮੂਵਿੰਗ ਕੰਟੈਕਟ ਹੈ ਫਿਕਸ ਕੰਟੈਕਟ ਨਾਲੋਂ ਟੁੱਟਦਾ, ਪਿੱਛੇ ਹਟਦਾ, ਤਾਂ ਆਰਕ ਨੂੰ ਕੁਇੰਚ ਕਰਨ ਵਾਸਤੇ ਇੱਥੇ SF6 ਗੈਸ ਹੈ ਜਿਹੜੀ ਉਹ ਪ੍ਰੈਸ਼ਰਾਈਜ਼ ਕੀਤੀ ਜਾਂਦੀ ਹੈ। ਗੈਸ ਦਾ ਪ੍ਰੈਸ਼ਰ 14.2 kg ਪਰ ਸੈਂਟੀਮੀਟਰ ਸਕੁਅਰ ਹੁੰਦਾ ਹੈ ਜੀ ਇਹਦਾ, ਤੇ ਇਹਦਾ ਮੀਡੀਅਮ ਹੈ, ਸੋਰਸ ਹੈ ਗੈਸ ਹੈ, SF6 ਸਲਫਰ ਹੈਕਸਾਫਲੋਰਾਈਡ ਗੈਸ ਹੈ। ਇਹਦਾ CR ਪੈਨਲ ਦੇਖ ਸਕਦੇ ਹੋ ਜੀ ਤੁਸੀਂ। ਇਹਦੇ ਲਿੰਬ ਨੇ ਜੀ 3, ਉੱਪਰਲੇ ਪੋਰਸ਼ਨ ਤੋਂ ਸਪਲਾਈ ਹੈ ਜਿਹੜੀ ਸਾਡੀ ਕਨੈਕਟ ਹੁੰਦੀ ਹੈ, ਤੇ ਸੈਂਟਰ ਤੋਂ ਜਿਹੜਾ ਪੋਰਸ਼ਨ ਹੈ ਅੱਗੇ ਸਪਲਾਈ ਅਸੀਂ ਕਨਵੇ ਕਰ ਰਹੇ ਹਾਂ, ਤੇ ਵਿਚਕਾਰ ਇਹਦੇ ਰੋਡ ਹੈ, ਉਸੇ ਤਰ੍ਹਾਂ ਇੱਕ ਲਿੰਬ ਬਣੇ ਹੋਏ ਨੇ, ਤੇ ਉਹਨਾਂ ਲਿੰਬਸ ਦੇ ਉੱਤੇ ਅਸੀਂ SF6 ਗੈਸ ਨੂੰ ਪ੍ਰੈਸ਼ਰਾਈਜ਼ਡ ਪ੍ਰੈਸ਼ਰ ਦੇ ਨਾਲ ਸਿੱਟਦੇ ਹਾਂ, ਤਾਂ ਕਿ ਸਾਡਾ ਆਰਕ ਹੈ ਜਿਹੜੀ ਉਹ ਕੁਇੰਚ ਹੋ ਸਕੇ। ਇਸ ਦਾ ਮਕੈਨਿਜ਼ਮ ਦੇਖ ਸਕਦੇ ਹੋ ਤੁਸੀਂ, ਮੈਨੂਅਲੀ ਵੀ ਆਪਰੇਟਡ ਹੈ ਜੀ ਇਹ, ਤੇ ਇਸ ਨੂੰ ਅਸੀਂ ਆਟੋ ਦੇ ਵਿੱਚ ਵੀ ਆਪਰੇਟ ਕਰ ਸਕਦੇ ਹਾਂ। ਇਹਦੀ ਜਿਹੜਾ ਮਕੈਨਿਜ਼ਮ ਹੈ ਉਸੇ ਤਰ੍ਹਾਂ ਹੀ ਆ, ਸਪਰਿੰਗ ਚਾਰਜ ਕਰਨਾ ਪੈਂਦਾ ਜੀ ਦੋਨਾਂ ਪੋਜੀਸ਼ਨਾਂ ਦੇ ਵਿੱਚ, ਆਟੋ ਦੇ ਵਿੱਚ ਵੀ। ਜੇ ਅਸੀਂ ਨਾਰਮਲੀ ਇਹਨੂੰ ਟ੍ਰਿਪ ਕਰਾਉਣਾ ਚਾਹੁੰਦੇ ਹੋ, ਮੰਨ ਕੇ ਚੱਲੋ ਵੀ ਅਗਰ ਅਸੀਂ ਇੱਕ ਪਾਵਰ ਟਰਾਂਸਫਾਰਮਰ ਦੀ ਸਪਲਾਈ, ਪਾਵਰ ਟਰਾਂਸਫਾਰਮਰ ਨੂੰ ਪ੍ਰੋਟੈਕਸ਼ਨ ਪ੍ਰੋਵਾਈਡ ਕਰਨ ਵਾਸਤੇ SF6 ਸਰਕਟ ਬ੍ਰੇਕਰ ਲਗਾਉਣੇ ਆ, ਤਾਂ ਮੈਨੂਅਲੀ ਜਦੋਂ ਵੀ ਕਿਸੇ ਵੀ ਤਰ੍ਹਾਂ ਦਾ ਅਸੀਂ ਟਰਾਂਸਫਾਰਮਰ ਤੇ, ਇੰਡੀਵਿਜੂਅਲ ਟਰਾਂਸਫਾਰਮਰ ਤੇ, ਸਿੰਗਲ ਟਰਾਂਸਫਾਰਮਰ ਤੇ ਅਸੀਂ ਕੰਮ ਕਰਨਾ ਹੈ, ਤਾਂ ਅਸੀਂ SF6 ਸਰਕਟ ਬ੍ਰੇਕਰ ਨੂੰ ਮੈਨੂਅਲੀ TNC ਤੋਂ ਟ੍ਰਿਪ ਕਰਾ ਕੇ ਸਰਕਟ ਬ੍ਰੇਕਰ ਓਪਨ ਹੋ ਜਾਏਗਾ ਜੀ, ਤਾਂ ਉਤੇ ਅਸੀਂ ਸੇਫ ਪੋਜੀਸ਼ਨ ਦੇ ਵਿੱਚ ਸਰਕਟ ਟਰਾਂਸਫਾਰਮਰ ਤੇ ਅਸੀਂ ਕੰਮ ਕਰ ਸਕਦੇ ਹਾਂ। ਨਾਰਮਲੀ ਵੱਡੀਆਂ 66 kV ਲਾਈਨਾਂ ਦੇ ਉੱਤੇ ਜਾਂ 132 kV 220 kV ਲਾਈਨਾਂ ਦੇ ਉੱਤੇ ਲਾਈਨ ਦੀ ਪ੍ਰੋਟੈਕਸ਼ਨ ਦੇ ਲਈ ਇਹ ਸਰਕਟ ਨੂੰ ਮੇਨ ਲਾਈਨ ਤੋਂ ਟ੍ਰਿਪ ਕਰਾਉਣ ਲਈ SF6 ਸਰਕਟ ਬ੍ਰੇਕਰ ਮੋਸਟਲੀ ਵਰਤੇ ਜਾਂਦੇ ਨੇ ਜੀ। ਹਾਂਜੀ, ਇਹ ਸੀ ਸਾਡਾ ਅੱਜ ਦਾ ਟੌਪਿਕ ਟਾਈਪਸ ਆਫ ਸਰਕਟ ਬ੍ਰੇਕਰ, ਜਿਹਦੇ ਵਿੱਚ ਵੱਖ-ਵੱਖ ਸਰਕਟ ਬ੍ਰੇਕਰਾਂ ਨੂੰ ਕੈਟਾਗਰਾਈਜ਼ ਕਰਕੇ ਲੋ ਵੋਲਟੇਜ, ਮੀਡੀਅਮ ਵੋਲਟੇਜ, ਹਾਈ ਵੋਲਟੇਜ ਦੇ ਵਿੱਚ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ। ਤੇ ਜਿਹੜਾ ਲਾਸਟ ਦੇ ਵਿੱਚ ਮੈਂ ਕਹਾਂਗਾ ਵੀ ਜਿਹੜਾ ਸਰਕਟ ਬ੍ਰੇਕਰ ਹੈ, ਜਿਹੜਾ ਮੇਨ ਫੰਕਸ਼ਨ ਹੈ ਸਰਕਟ ਬ੍ਰੇਕਰ ਦਾ, ਉਹ ਹੈ ਇੱਕ ਸਰਕਟ ਨੂੰ ਅਬਨੋਰਮਲ ਕੰਡੀਸ਼ਨ ਦੇ ਵਿੱਚ, ਫਾਲਟ ਕੰਡੀਸ਼ਨ ਦੇ ਵਿੱਚ ਮੇਨ ਲਾਈਨ ਤੋਂ ਤੋੜਨਾ, ਮੇਨ ਲਾਈਨ ਤੋਂ ਕੱਟ ਕਰਾ ਦੇਣਾ, ਤਾਂ ਕਿ ਸਾਡਾ ਜਿਹੜਾ ਕੀਮਤੀ ਯੰਤਰ ਹੈ, ਕੀਮਤੀ ਇਕਵਿਪਮੈਂਟ ਹੈ, ਉਹ ਬਚ ਸਕੇ, ਸੇਫ ਰਹਿ ਸਕੇ। ਤੇ ਇਸ ਆਪਰੇਸ਼ਨ ਦੇ ਵਿੱਚ ਜੋ ਚੀਜ਼ਾਂ, ਜੋ ਇਕਵਿਪਮੈਂਟ ਵਰਤੇ ਜਾਂਦੇ ਨੇ, ਉਹ ਕੋਇਲਸ, CT ਹੋ ਗਏ, ਜਾਂ ਜੋ ਆਰਕ ਇਸ ਆਪਰੇਸ਼ਨ ਦੇ ਵਿੱਚ ਪ੍ਰੋਡਿਊਸ ਹੁੰਦੀ ਹੈ, ਉਸ ਆਰਕ ਨੂੰ ਕੁਇੰਚ ਕਰਨ ਦੇ ਵਿੱਚ ਜਿਹੜੇ ਅਸੀਂ ਮੀਡੀਅਮ, ਅਸੀਂ ਸੋਰਸ ਯੂਜ਼ ਕਰਦੇ ਹਾਂ, ਵੈਕਿਊਮ ਹੋ ਗਿਆ, 에ਅਰ ਹੋ ਗਿਆ, ਆਇਲ ਹੋ ਗਿਆ, ਉਸ ਸੋਰਸ ਨਾਲ ਇਹਨੂੰ ਕੈਟਾਗਰਾਈਜ਼ ਕਰ ਦਿੱਤਾ ਗਿਆ। ਹਾਲਾਂਕਿ ਫੰਕਸ਼ਨ ਸਾਰੇ ਹੀ ਸਰਕਟ ਬ੍ਰੇਕਰਾਂ ਦਾ ਸੇਮ ਰਿਹਾ ਜੀ, ਦੋਹਾਂ ਦੇ ਵਿੱਚ ਇੱਕ ਮੂਵਿੰਗ ਤੇ ਇੱਕ ਫਿਕਸ ਕੰਟੈਕਟ ਰਿਹਾ, ਮੀਡੀਅਮ ਹੈ, ਸੋਰਸ ਹੈ ਆਰਕ ਕੁਇੰਚ ਕਰਨ ਨੂੰ, ਉਹ ਸਾਰਿਆਂ ਦਾ ਵੱਖਰਾ ਵੱਖਰਾ ਰਿਹਾ ਹੈ। ਹਾਂਜੀ, ਤਾਂ ਇਸ ਤੋਂ ਲਾਸਟ ਦੇ ਵਿੱਚ ਪੰਜਾਬ ਗੌਰਮੈਂਟ ਦੁਆਰਾ ਮਿਸ਼ਨ ਫਤਿਹ ਜੋ ਕਰੋਨਾ ਦੇ ਸੰਬੰਧ ਦੇ ਵਿੱਚ ਚਲਾਇਆ ਗਿਆ, ਉਹ ਬੜਾ ਸਕਸੈਸਫੁਲ ਚੱਲ ਰਿਹਾ ਹੈ। ਤੇ ਮੈਂ ਇਹੀ ਅਪੀਲ ਕਰਾਂਗੇ ਸਾਰਿਆਂ ਨੂੰ ਕਿ ਸੇਫ ਰਹੋ, ਘਰ ਦੇ ਵਿੱਚ ਰਹੋ, ਹਰ ਵਕਤ ਮਾਸਕ, ਜੇਕਰ ਘਰ ਤੋਂ ਬਾਹਰ ਜਾਂਦੇ ਹੋ ਤਾਂ ਪਹਿਨ ਕੇ ਜਾਓ, ਹੋ ਸਕੇ ਤਾਂ ਹੱਥ ਨਾ ਮਿਲਾਓ, ਸੈਨੀਟਾਈਜ਼ਰ ਦੀ ਵਰਤੋਂ ਕਰੋ। ਧੰਨਵਾਦ ਜੀ, ਬਹੁਤ ਬਹੁਤ। ਹਾਂਜੀ ਸਰ, ਹੈਲੋ। ਹੈਲੋ।
हेलो हाँ जी सर ठीक है जी ठीक है जी ठीक है सर ਠੀਕ ਹੈ ਜੀ ਹੈਲੋ ਹਾਂਜੀ ਸਰ ਇਹਦੇ ਰਿਗਾਰਡਿੰਗ ਕਿਸੇ ਵੀ ਤਰ੍ਹਾਂ ਦੀ ਕੋਈ ਕੁਐਸਚਨ ਹੀ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਕੁਐਸਚਨ ਪੁੱਛਣਾ ਹੋਵੇ ਤਾਂ ਪੁੱਛ ਸਕਦੇ ਹੋ ਸਰ ਮੇਰਾ ਕੰਟੈਕਟ ਨੰਬਰ ਜਾਂ ਈਮੇਲ ਐਡਰੈਸ ਵੀ ਦਿੱਤਾ ਗਿਆ ਲਾਸਟ ਦੇ ਵਿੱਚ ਜੇ ਕਿਸੇ ਤਰ੍ਹਾਂ ਦਾ ਕੋਈ ਕੁਐਸਚਨ ਹੈ ਤਾਂ ਪੁੱਛ ਸਕਦੇ ਹੋ ਜੀ ਹੈਲੋ ਸਰ ਕਿਸੇ ਦਾ ਕੋਈ ਕੁਐਸਚਨ ਹੋਵੇ ਜੀ ਇਹਦੇ ਰਿਗਾਰਡਿੰਗ ਤਾਂ ਪੁੱਛ ਸਕਦੇ ਹੋ ਮੇਰਾ ਕੰਟੈਕਟ ਨੰਬਰ ਵੀ ਦਿੱਤਾ ਹੈ ਈਮੇਲ ਵੀ ਦੇ ਰੱਖੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਕੁਐਸਚਨ ਹੈ ਸਰਕਟ ਬ੍ਰੇਕਰ ਦੇ ਰਿਗਾਰਡਿੰਗ ਤਾਂ ਪੁੱਛ ਸਕਦੇ ਹੋ ਸਰ ਜੀ ਇਹ ਸਾਰੇ ਸੀਰੀਜ਼ ਚ ਲੱਗਦੇ ਆ ਜੀ ਸਰਕਟ ਬ੍ਰੇਕਰ ਕਿਸ ਤਰ੍ਹਾਂ ਇਹ ਹੀ ਸਾਰੇ ਜਿਵੇਂ ਆਪਣਾ ਵੀ ਜਿਵੇਂ ਲੋਡ ਦੇ ਸੀਰੀਜ਼ ਚ ਲੱਗਦੇ ਹੁੰਦੇ ਆ ਜੀ ਸਾਰੇ ਸੀਰੀਜ਼ ਚ ਲੱਗੇ ਦੇਖੋ ਹੋਏ ਆ ਜਿਵੇਂ ਇੱਕ ਸਵਿਚ ਲਗਾਉਂਦੇ ਆ ਫੇਸ ਦੇ ਵਿੱਚ ਜਾਂ ਇੱਕ ਫਿਊਜ਼ ਲਗਾਉਂਦੇ ਆ ਕਿਸੇ ਵੀ ਫੇਸ ਨੂੰ ਇੱਕ ਕਿਸੇ ਵੀ ਤਰ੍ਹਾਂ ਦਾ ਵੀਕ ਪੁਆਇੰਟ ਲਗਾਇਆ ਜਾਂਦਾ ਹੈ ਕਿਸੇ ਵੀ ਸਰਕਟ ਦੇ ਵਿੱਚ ਤਾਂ ਕਿ ਸਾਡਾ ਜਿਹੜਾ ਸਰਕਟ ਹੈ ਕਿਸੇ ਵੀ ਅਬਨੋਰਮਲ ਕੰਡੀਸ਼ਨ ਦੇ ਵਿੱਚ ਫਾਲਟ ਪੋਜੀਸ਼ਨ ਦੇ ਵਿੱਚ ਉਸ ਸਰਕਟ ਨੂੰ ਤੋੜ ਸਕੇ ਸਰਕਟ ਨੂੰ ਕੱਟ ਕਰ ਸਕੇ ਵਿਚਕਾਰੋਂ ਟੁੱਟ ਜੇ ਸਾਡਾ ਸਰਕਟ ਇਹ ਪੋਜੀਸ਼ਨ ਹੈ ਇਹਦੀ ਸੇਮ ਹੈ ਸਾਰਿਆਂ ਦੀ ਦੇਖੋ ਸਵਿਚ ਫਿਊਜ਼ ਯੂਨਿਟ ਲਗਾਉਨੇ ਆ ਐਮਸੀਬੀ ਲਗਾਉਨੇ ਆ ਕੋਈ ਵੀ ਸਰਕਟ ਕੋਈ ਲਾਈਨ ਜਾ ਰਹੀ ਹੈ ਜੀ ਉਹਦੇ ਵਿਚਕਾਰ ਲਗਾ ਦਿੰਦੇ ਆ ਇਹਨੂੰ 3 ਫੇਸ ਦੀ ਸਪਲਾਈ ਹੈ ਜੀ ਤਿੰਨਾਂ ਫੇਸਾਂ ਦੇ ਉੱਤੇ ਇੱਕ ਸਰਕਟ ਬ੍ਰੇਕਰ ਲੱਗ ਗਿਆ ਜੀ ਤਿੰਨਾਂ ਫੇਸਾਂ ਦਾ 3 ਫੇਸ ਦਾ ਹੋ ਗਿਆ ਜੇ ਸਿੰਗਲ ਫੇਸ ਹੈ ਤੇ ਅਸੀਂ ਸਿੰਗਲ ਫੇਸ ਦਾ ਐਮਸੀਬੀ ਲਗਾ ਦਿੰਦੇ ਆ ਜੀ ਉੱਥੇ ਵਿਚਕਾਰ ਸੀਰੀਜ਼ ਦੇ ਹਾਂਜੀ ਹੋਰ ਕਿਸੇ ਦੀ ਕੋਈ ਇਨਕੁਆਇਰੀ ਜੀ ਹੈਲੋ ਹਾਂਜੀ ਤੇਲ ਕਿਹੜਾ ਯੂਜ਼ ਕੀਤਾ ਜਾਂਦਾ ਜੀ ਹੈਲੋ ਹਾਂਜੀ ਟਰਾਂਸਫਰਮ ਆਇਲ ਜਾਂ ਮਿਨਰਲ ਆਇਲ ਜਿਹੜਾ ਮੋਸਟਲੀ ਅਸੀਂ ਵਰਤਦੇ ਹਾਂ ਆਇਲ ਸਰਕਟ ਬ੍ਰੇਕਰ ਦੇ ਵਿੱਚ ਉਹੀ ਤੇਲ ਵਰਤਿਆ ਜਾਂਦਾ ਹੈ ਹੈਲੋ 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 नहीं देना इसको ਹੈਲੋ हेलो मेरी आवाज नहीं आ रही जाना हैप्पी ना होंगे सीधा मम्मी का क्या हेलो ਹੈਲੋ ਹਾਂਜੀ जी सत श्री अकाल सर ਠੀਕ ਆ ਜੀ
ਸਰ ਐਮਸੀ ਬਾਰੇ ਦੁਬਾਰਾ ਦੱਸ ਸਕਦੇ ਆ ਕਿ ਆਪਣਾ ਫੇਸ ਕਿੱਥੇ ਲੱਗ ਜਾ ਜਾਂ ਨਿਊਟਰਲ ਕਿੱਥੇ ਜਾਂਦੀ ਹੈ ਐਮਸੀ ਬਾਰੇ? ਐਮਸੀਬੀ ਦਾ ਚ ਹੈਗਾ ਮਿਨੀਏਚਰ ਸਰਕਟ ਬ੍ਰੇਕਰ। ਦੇਖੋ ਕਿਸੇ ਵੀ ਸਰਕਟ ਦੇ ਵਿੱਚ ਜਦੋਂ ਇੱਕ ਵੀਕ ਪੁਆਇੰਟ ਰੱਖਦੇ ਆ ਕਿ ਸਾਡਾ ਜਿਹੜਾ ਮੇਨ ਲਾਈਨ ਹੈ ਕਿਸੇ ਵੀ ਅਬਨੋਰਮਲ ਕੰਡੀਸ਼ਨ ਦੇ ਕਾਰਨ ਟੁੱਟ ਸਕੇ, ਕੱਟ ਹੋ ਸਕੇ, ਉੱਥੇ ਅਸੀਂ ਫਿਊਜ਼ ਯੂਨਿਟ ਪਹਿਲਾਂ ਲਗਾਇਆ ਜਾਂਦਾ ਸੀ ਕਿਟਕੈਟ ਫੇਸ ਦੀ ਸੀਰੀਜ਼ ਦੇ ਵਿੱਚ। ਉਸੇ ਥਾਂ ਤੇ ਹੁਣ ਅਸੀਂ ਐਮਸੀਬੀ ਲਗਾ ਦਿੰਦੇ ਆ। ਐਮਸੀਬੀ ਦੇ ਵਿੱਚ ਐਮਸੀਬੀ ਨੂੰ ਅੱਗੇ ਕੈਟਾਗਰਾਈਜ਼ ਕਰ ਦਿੱਤਾ ਜੀ। ਸਿੰਗਲ ਪੋਲ ਐਮਸੀਬੀ ਸੀ ਜਿੱਥੇ ਇਕੱਲਾ ਫੇਸ ਅਸੀਂ ਐਮਸੀਬੀ ਦੇ ਥਰੂ ਕੱਢ ਦਿੰਦੇ ਆ, ਨਿਊਟਰਲ ਡਾਇਰੈਕਟ ਨਿਕਲ ਜਾਂਦੀ ਹੈ। ਡਬਲ ਪੋਲ ਦੇ ਵਿੱਚ ਇੱਕ ਦੇ ਵਿੱਚ ਅਸੀਂ ਨਿਊਟਰਲ ਲਗਾ ਦਿੰਦੇ ਆ ਜੀ, ਇੱਕ ਦੇ ਵਿੱਚ ਫੇਸ ਲਗਾ ਦਿੰਦੇ ਆ। ਟ੍ਰਿਪਲ ਪੋਲ ਦੇ ਵਿੱਚ 3 ਫੇਸ ਤਿੰਨਾਂ ਯੂਨਿਟਾਂ ਦੇ ਵਿੱਚ ਲਗਾ ਕੇ ਨਿਊਟਰਲ ਨੂੰ ਡਾਇਰੈਕਟ ਦੇ ਦਿੰਦੇ ਆ। ਜਿੱਥੇ 4 ਪੋਲ ਵਾਲਾ ਐਮਸੀਬੀ ਹੈ ਉੱਥੇ ਇੱਕ ਦੇ ਵਿੱਚ ਨਿਊਟਰਲ ਤੇ ਤਿੰਨਾਂ ਦੇ ਵਿੱਚ ਫੇਸ ਲਗਾਏ ਜਾਂਦੇ ਨੇ ਤੇ ਫੰਕਸ਼ਨ ਸੇਮ ਹੈ ਸਾਰਿਆਂ ਦਾ। ਜਦੋਂ ਵੀ ਕਿਸੇ ਵੀ ਅਬਨੋਰਮਲ ਕੰਡੀਸ਼ਨ ਦੇ ਵਿੱਚ ਸਾਡਾ ਜਾਂ ਤਾਂ ਦੇਖੋ ਫਾਲਟ ਪੋਜੀਸ਼ਨ, ਜਾਂ ਤਾਂ ਕੋਈ ਫਾਲਟ ਪਵੇ ਲੋਡ ਦੇ ਵਿੱਚ, ਜਾਂ ਓਵਰਲੋਡਿੰਗ ਹੋ ਜੇ, ਜਾਂ ਅਸੀਂ ਕਹਿੰਦੇ ਸੀਗੇ ਵੀ ਸਾਡਾ ਜਿਹੜਾ ਸਿਸਟਮ ਹੈ ਕੋਈ ਵੀ ਮੋਟਰ ਹੈ ਸਾਡੀ 5 ਐਂਪੀਅਰ ਦੀ, ਅਸੀਂ ਐਮਸੀਬੀ 5 ਐਂਪੀਅਰ ਦਾ ਜਾਂ 6 ਐਂਪੀਅਰ ਦਾ ਲਗਾਇਆ ਸੀ, ਸਾਡੀ ਮੋਟਰ ਨੇ ਕਰੰਟ ਜਿਹੜਾ ਡਰਾ ਕੀਤਾ ਅਸੀਂ ਵੱਡੀ ਲਗਾ ਲਈ 7 ਐਂਪੀਅਰ 8, ਉਸ ਪੋਜੀਸ਼ਨ ਦੇ ਵਿੱਚ ਜਿਹੜੀ ਸਾਡੀ ਬਾਇਓਮੈਟੈਲਿਕ ਸਟ੍ਰਿਪ ਹੈ ਉਹ ਮੈਲਟ ਹੋ ਜਾਏਗੀ, ਬੈਂਡ ਹੋ ਜਾਏਗੀ, ਤਾਂ ਉਹ ਮੇਨ ਕੰਟੈਕਟ ਨਾਲੋਂ ਉਹਨੂੰ ਸਰਕਟ ਨੂੰ ਤੋੜ ਕੇ ਸਾਡਾ ਜਿਹੜਾ ਸਵਿਚ ਹੈ ਨੋਬ ਹੈ ਉਹ ਹੇਠਾਂ ਨੂੰ ਡਿੱਗ ਪਵੇਗਾ। ਇਹ ਤਾਂ ਪੋਜੀਸ਼ਨ ਹੁੰਦੀ ਆ ਓਵਰਲੋਡਿੰਗ ਦੀ। ਜਦੋਂ ਕਿਸੇ ਵੀ ਫਾਲਟ ਕਾਰਨ ਅੱਗੇ ਕੋਈ ਫਰਦਰ ਫਾਲਟ ਤੋਂ ਭਾਵ ਕਿ 2 ਨਿਊਟਰਲ ਤੇ ਫੇਸ ਜਾਂ 2 ਫੇਸ ਆਪਸ ਦੇ ਵਿੱਚ ਜੁੜ ਗਏ ਕਿਸੇ ਵੀ ਐਂਡ ਤੇ ਆਊਟਪੁੱਟ ਸਾਈਡ ਤੇ, ਤਾਂ ਉਸ ਪੋਜੀਸ਼ਨ ਦੇ ਵਿੱਚ ਜਿਹੜੀ ਸਾਡੀ ਸੋਲੇਨਾਇਡ ਰਿਲੇ ਲੱਗੀ ਹੁੰਦੀ ਹੈ ਉਹ ਐਨਰਜਾਈਜ਼ ਹੋ ਜਾਂਦੀ ਹੈ, ਕਿਉਂਕਿ ਇਹਦੀ ਸਪੈਸੀਫਿਕ ਇੱਕ ਲਿਮਟ ਹੁੰਦੀ ਹੈ ਇੰਨੇ ਐਂਪੀਅਰ ਤੱਕ। ਜੇਕਰ ਉਸ ਤੋਂ ਅਬਵ ਜਾਂਦੀ ਹੈ ਉਹਦਾ ਵਿੱਚ ਫਲਕਸ ਉਸ ਤੋਂ ਵੱਧ ਬਣਦਾ ਹੈ ਤਾਂ ਉਹਦੇ ਵਿੱਚ ਇੱਕ ਪਲੰਜਰ ਬਣਿਆ ਹੁੰਦਾ ਜੀ। ਪਲੰਜਰ ਜਿਹੜਾ ਪੁੱਲ ਕਰ ਦਿੰਦਾ ਹੈ ਤੇ ਉਹ ਲੀਵਰ ਨੂੰ, ਤੇ ਸਾਡਾ ਜਿਹੜਾ ਐਮਸੀਬੀ ਦਾ ਨੋਬ ਹੈ ਉਹ ਹੇਠਾਂ ਨੂੰ ਡਿੱਗ ਪੈਂਦਾ ਤੇ ਸਾਡਾ ਸਿਸਟਮ ਹੈ ਕੱਟ ਹੋ ਜਾਂਦਾ, ਟ੍ਰਿਪ ਕਰ ਜਾਂਦਾ ਮੇਨ ਲਾਈਨ ਤੋਂ। ਤੇ ਅਸੀਂ ਇੱਕ ਫਾਲਟ ਜੀ ਆ ਜਿਹੜਾ ਹਾਂਜੀ ਕਰੰਟ ਟਰਾਂਸਫਾਰਮਰ ਸੀਗਾ ਜੀ, ਇਹਦਾ ਸਰ ਜਿਹੜਾ 500 ਹੋਊਗਾ ਉਹ 5 ਸ਼ੋ ਕਰਦਾ ਹੁੰਦਾ ਜੀ, ਇਹ ਰੇਸ਼ੋ ਹੁੰਦੀ ਇਹ ਹੈ? ਰਾਜੇ ਇਹਦੇ ਮੈਚਿੰਗ ਸੀਟੀ ਬਣਾਏ ਜਾਂਦੇ ਹੁੰਦੇ ਨੇ ਸੈਕੰਡਰੀ ਸਾਈਡ, ਪ੍ਰਾਇਮਰੀ ਤੇ ਸੈਕੰਡਰੀ। ਦੇਖੋ ਇਹਦੀ ਜਿਹੜੀ ਵਾਈਂਡਿੰਗ ਹੁੰਦੀ ਹੈ, ਜਦੋਂ ਤੁਸੀਂ ਕਦੇ ਕਲੈਂਪ ਔਨ ਮੀਟਰ ਦੇਖਿਆ ਹੋਏਗਾ ਜਿਹਨੂੰ ਆਪਾਂ ਮਲਟੀਮੀਟਰ ਦੇ ਤੌਰ ਤੇ ਵੀ ਵਰਤਦੇ ਹਾਂ। ਹਾਂਜੀ ਹਾਂਜੀ ਕਲੈਂਪ ਔਨ ਮੀਟਰ ਇਸ ਤਰ੍ਹਾਂ ਹੱਥ ਦੇ ਨਾਲ ਪੁਸ਼ ਕਰਕੇ ਅਸੀਂ ਤਾਰ ਦੇ ਉੱਤੇ ਟੰਗ ਲੈਂਦੇ ਆ। ਉਹ ਇੱਕ ਤਰ੍ਹਾਂ ਦਾ ਸੀਟੀ ਹੁੰਦਾ ਹੈ, ਕਰੰਟ ਟਰਾਂਸਫਾਰਮਰ ਹੁੰਦਾ ਹੈ। ਇੱਕ ਪ੍ਰਾਇਮਰੀ ਵਾਈਂਡਿੰਗ ਹੈ ਜਿਹੜੀ ਅਸੀਂ ਇੱਕ ਪੋਰਸ਼ਨ ਤੇ ਇੱਕ ਲੋਡ ਤੇ ਇੱਕ ਤਾਰ ਤੇ ਪਾ ਲੈਂਦੇ ਆ ਤੇ ਉਹਦੀ ਸੈਕੰਡਰੀ ਦੀ ਆਊਟਪੁੱਟ ਲਈ ਜਾਂਦੀ ਹੈ ਦੂਜੀ ਸਾਈਡ ਤੋਂ। ਇੱਕ ਸਟੈਪ ਅਪ ਟਰਾਂਸਫਾਰਮਰ ਹੈ, ਵੋਲਟੇਜ ਨੂੰ ਸਟੈਪ ਅਪ ਕਰਦਾ ਤੇ ਸਾਡਾ ਕਰੰਟ ਹੈ ਉਹਨੂੰ ਸਟੈਪ ਡਾਊਨ ਕਰਦਾ, ਕਿਉਂਕਿ ਕਿਸੇ ਹਾਈ ਵੋਲਟੇਜ ਲਾਈਨ ਹੈ ਜਾਂ ਕਰੰਟ ਨੂੰ ਅਸੀਂ ਮੇਜਰ ਨਹੀਂ ਕਰ ਸਕਦੇ। ਐਡਾ ਕੋਈ ਐਂਪੀਅਰ ਮੀਟਰ ਨਹੀਂ ਅਸੀਂ ਬਣਾਇਆ ਵੀ ਅਸੀਂ 500 ਐਂਪੀਅਰ 600 ਐਂਪੀਅਰ 800 ਐਂਪੀਅਰ 10,000 ਐਂਪੀਅਰ ਕਰੰਟ ਨੂੰ ਮੇਜਰ ਕਰ ਸਕੀਏ। ਤਾਂ ਉਸ ਚੀਜ਼ ਨੂੰ ਮਿਲਣ ਵਾਸਤੇ, ਉਹਦੀ ਪ੍ਰੋਟੈਕਸ਼ਨ ਵਾਸਤੇ ਕਰੰਟ ਟਰਾਂਸਫਾਰਮਰ ਵਰਤੇ ਜਾਂਦੇ ਨੇ। ਮੋਸਟਲੀ ਤੁਸੀਂ ਬਿਜਲੀ ਬੋਰਡ ਦੇ ਜਿਹੜੇ LTCT ਟਰਾਂਸਫਾਰਮਰਾਂ ਦੇ ਉੱਤੇ ਮੀਟਰ ਲੱਗੇ ਹੁੰਦੇ ਨੇ 11 kV ਤੇ ਸਿੱਧੇ ਮੀਟਰ ਲਗਾਏ ਜਾਂਦੇ ਨੇ, ਜਿਹੜੇ ਉੱਥੇ ਦੇਖਿਓ ਕਦੇ ਉੱਥੇ ਬਕਾਇਦਾ ਹੇਠਾਂ ਸੀਟੀ ਪਾਏ ਜਾਂਦੇ ਨੇ ਤੇ ਪੀਟੀ ਦੋਨੋਂ ਪੋਰਸ਼ਨ, ਕਿਉਂਕਿ ਕਰੰਟ ਟਰਾਂਸਫਾਰਮਰ ਕਰੰਟ ਮੇਜਰ ਕਰਦਾ ਹੈ ਤੇ ਪੋਟੈਂਸ਼ੀਅਲ ਟਰਾਂਸਫਾਰਮਰ ਵੋਲਟੇਜ ਦੀ ਮੇਜਰਮੈਂਟ ਵਾਸਤੇ ਵਰਤੇ ਜਾਂਦੇ ਨੇ। ਕਰੰਟ ਟਰਾਂਸਫਾਰਮਰ ਨਾਲ ਪ੍ਰੋਟੈਕਸ਼ਨ ਵੀ ਪ੍ਰੋਵਾਈਡ ਕਰਦਾ ਹੈ। ਜੇ ਇੱਧਰਲੇ ਪਾਸੇ ਕਿਉਂਕਿ ਸੀਟੀ ਰੇਸ਼ੋ ਬਣਾਈ ਜਾਂਦੀ ਹੈ ਜਿਹੜੀ ਮੋਸਟਲੀ ਮੰਨ ਲਓ ਬ੍ਰੇਕਰ